ਨਹੀਂ ਹੋ ਸਕੀ ਜਿਹੜਾ ਨਈਮ ਭਾਈ ਗੱਲ ਕਰ ਰਹੇ ਸੀ ਤੇ ਉਹ ਇਨਸ਼ਾਅੱਲਾ ਫਿਰ ਕਰਨੇ ਆ ਹੁਣ ਕਰਨੇ ਆ ਇੱਥੇ ਕਰੋ ਜੀ ਹੁਣ ਕਰਨੇ ਆ ਇੱਥੇ ਕਰੋ ਜੀ ਹੁਕਮ ਕਰੋ। ਮੈਂ ਤੇ ਹਾਜ਼ਰ ਹਾਂ। ਸਾਡੇ ਨਾਲ ਮੇਰੇ ਖਿਆਲ ਸੀਕਰ ਸਾਹਿਬ ਵੀ, ਦੋਨੋਂ ਸੀਕਰ ਸਾਹਿਬ ਲਾਗੇ ਲਾਗੇ ਬੈਠੇ ਨੇ, ਇੱਕ ਸਾਦੇ ਸੀਕਰ ਨੇ ਤੇ ਇੱਕ ਟਰੁੱਥ ਸੀਕਰ ਨੇ। ਮੈਂ ਮੁਤਲਾਸ਼ੀ ਆ, ਇਹ ਹੱਕ ਦੇ ਮੈਂ ਤਾਂ ਹੀ ਮੈਂ ਕਹਿ ਮੇਰਾ ਖਿਆਲ ਆਪਣਾ ਨਾਮ ਚੇਂਜ ਕਰ ਲੂੰਗਾ, ਮਤਲਾਸ਼ੀ ਹੱਕ ਹਾਂ ਯਾਰ ਖੁਦਾ ਦਾ ਵਾਸਤਾ ਜੇ ਹਰ ਵੀ ਤੁਹਾਨੂੰ ਕਹਿੰਦਾ ਸੀਕਰ ਹੈ, ਗੱਲ ਗਲਤ ਕਰ ਰਹੇ ਜਾਂ ਤਾਲਬੇ ਹੱਕ। ਹਾਂ ਸਾਡਾ ਤਾਲਬ ਜਿਸ ਮੈਨੂੰ ਸੀਕਰ ਸਾਹਿਬ ਮੈਨੂੰ ਯਾਦ ਹੈ ਤੁਹਾਡਾ ਜਦੋਂ ਪਹਿਲਾ ਇੰਟਰੈਕਸ਼ਨ ਆਇਆ ਸੀ ਨਾ ਟਰੁੱਥ ਸੀਕਰ ਸਾਹਿਬ ਨੂੰ, ਤੁਸੀਂ ਉਹਨਾਂ ਨੂੰ ਤਾਣਾ ਦਿੱਤਾ ਸੀ ਮੇਰਾ ਨਾਮ ਚੋਰੀ ਕਰਕੇ ਆ ਗਿਆ। ਔਰ ਯਕੀਨ ਕਰੋ ਇਹਨਾਂ ਨੇ ਪਹਿਲੇ ਇਹ ਟਰੁੱਥ ਸੀਕਰ ਸਾਹਿਬ ਨੂੰ ਮੇਰੇ ਖਿਆਲ ਤੁਹਾਡੇ ਨਾਮ ਤੋਂ ਪਹਿਲੇ ਇਹਨਾਂ ਨੇ ਨਾਮ ਰੱਖਿਆ। ਅੱਛਾ ਮੈਂ ਬਾਅਦ ਚ ਨੇ ਅੱਛਾ ਸੀਕਰ ਸਾਹਿਬ ਤੁਸੀਂ ਇਹਨਾਂ ਨੂੰ ਵੇਖ ਕੇ ਭਲਾ ਨਾਮ ਰੱਖਿਆ, ਦੱਸੋ ਭਲਾ। ਮੈਂ ਡਿਫਰੈਂਟ YouTube ਤੇ ਰੱਖਿਆ ਸੀ ਨਾ ਟਰੁੱਥ ਸੀਕਰ। ਠੀਕ ਹੈ। ਮੈਂ ਬੜਾ ਹੱਸਿਆ ਸਾਂ ਸੀਕਰ ਸਾਹਿਬ ਦੀ ਗੱਲ ਸੁਣ ਕੇ। ਇਹਨਾਂ ਨੇ ਮੇਰਾ ਮਾਰਿਆ ਸੀ ਆ ਕੇ, ਉਹਨੇ ਕਿਹਾ ਮੇਰਾ ਨਾਮ ਲੈ ਕੇ ਫਿਰਨ ਡਿਆ ਤੂੰ। ਯਾਰ ਮੇਰੀ ਡੀਪੀ ਚੋਰੀ ਕਰਨ ਲੋਕ ਏਡੀ, ਮੈਂ ਯਕੀਨ ਕਰੋ 5 ਮੀਲ ਵਾਕ ਕਰਕੇ ਨਾ ਸਪੈਸ਼ਲ ਇਹ ਕੈਪਚਰ ਕਰਨ ਵਾਸਤੇ ਮੈਂ ਉਹ ਵਾਸ਼ਿੰਗਟਨ ਮੋਨੂਮੈਂਟ ਗਿਆ ਸੀ ਤੇ ਉਹ ਮੇਰੀ ਡੀਪੀ ਲੋਕੀ ਚੋਰੀ ਕਰਨ, ਮੈਨੂੰ ਬੜਾ ਦੁੱਖ ਹੁੰਦਾ। ਹਾਂ ਅੱਛਾ, ਇਹ ਤਸਵੀਰ ਸੀ ਖੁਦ ਲਈ ਹੈ? ਹਾਂਜੀ ਖੁਦ ਲਈ ਜਨਾਬ। ਇੱਕ ਬਰੂਟਲ ਨਾਮ ਦੀ ਆਈਡੀ ਹੈ, ਉਹਦੇ ਉੱਤੇ ਵੀ ਡੀਪੀ ਲੱਗੀ ਹੈ। ਬਿਲਕੁਲ ਬਿਲਕੁਲ, 2-3 ਦੇ ਵਿੱਚ। ਚਲੋ ਕੋਈ ਨਹੀਂ ਕਹਿ ਰਹੇ ਸੋ ਕ੍ਰੈਡਿਟ ਤੁਹਾਨੂੰ ਮਿਲਦਾ ਜਨਾਬ। ਨਾਸਰ ਸਾਹਿਬ ਤਸ਼ਰੀਫ ਲਿਆਏ ਨੇ, ਯੂਸਫੀ ਸਾਹਿਬ ਨੇ ਤੇ ਜ਼ਾਹਿਦ ਸਾਹਿਬ ਨੇ ਗੱਲ ਕਰਨੀ ਹੈ। ਵਾਲੇਕੁਮ ਸਲਾਮ ਜਨਾਬੇ ਅਲੀ। ਉਹ ਸੈਣੀ ਸਾਹਿਬ ਦੀ ਬਰਾੜ ਨੂੰ ਕੀ ਹੋਇਆ ਜੀ? ਟਹਿ ਗਈ ਬਰਾੜ ਹੀ? ਨਹੀਂ ਸੈਣੀ ਸਾਹਿਬ ਕਦੀ ਕਦੀ ਉਹਨਾਂ ਦਾ ਸਟਾਈਲ ਇਹ ਹੈ ਕਿ ਥੋੜੀ ਦੇਰ ਬਾਅਦ ਤਸ਼ਰੀਫ ਲਿਆਉਣਗੇ ਮੇਰੇ ਖਿਆਲ ਚ, ਲੇਕਿਨ ਜੇ ਉਹਨਾਂ ਨੇ ਥੋੜਾ ਜਿਹਾ ਬ੍ਰੇਕ ਕਰਨੀ ਹੋਏ ਤਾਂ ਫਿਰ ਇਸ ਤਰ੍ਹਾਂ ਹੋ ਜਾਂਦਾ ਹੈ। ਤਸ਼ਰੀਫ ਮੇਰੇ ਖਿਆਲ ਹੈ ਸੈਣੀ ਸਾਹਿਬ ਦੁਬਾਰਾ ਤਸ਼ਰੀਫ ਲਿਆਉਣਗੇ ਜੀ। ਜ਼ਾਹਿਦ ਸਾਹਿਬ ਹੁਕਮ ਕਰੋ ਜਨਾਬੇ ਅਲੀ। ਸੀਕਰ ਸਾਹਿਬ ਵੀ ਆਏ ਨੇ ਤੇ ਕਰੋ ਕੋਈ ਸਵਾਲ ਸੀਕਰ ਸਾਹਿਬ ਕੋਲ, ਅੱਜ ਇਹਨਾਂ ਦੀ ਮੌਜੂਦਗੀ ਦਾ ਫਾਇਦਾ ਚੁੱਕੀਏ। ਜੀ ਸਵਾਲ ਮੈਂ ਕਰਨਾ ਅੱਜ, ਬਾਰ-ਬਾਰ ਸਵਾਲ ਇਹੀ ਹੈ ਕਿ ਉੱਥੇ ਵੀ ਗੱਲ ਚੱਲ ਰਹੀ ਸੀ ਹੁਣ ਜੀ। ਸ਼ੁਕਰੀਆ ਅਲੀਮ ਸਾਹਿਬ। ਇੱਕ ਮਿੰਟ ਨਾਸਰ ਸਾਹਿਬ। ਅੱਛਾ ਅਲੀਮ ਸਾਹਿਬ, ਮੈਂ ਨਾ ਇਹ ਦੋ ਪਾਰਟੀਆਂ ਹੁਣ ਜਿਵੇਂ ਨਈਮ ਭਾਈ ਜਿਹੜੀ ਗੱਲ ਕਰ ਰਹੇ ਸੀ ਨਾ, ਮੈਂ ਉਹੀ ਇੱਕ ਸਵਾਲ ਉਹੀ ਅਸੀਂ ਤੁਹਾਡੇ ਕੋਲੋਂ ਪੁੱਛਣਾ ਸੀ ਤੇ ਉਹਦਾ ਗੱਲ ਮੁਕੰਮਲ ਨਹੀਂ ਹੋ ਸਕੀ। अच्छा मिर्ज़ा साहब लिखते ने हमारे कलम से हज़रत ईसा अलैहिस्सलाम की निस्बत जो कुछ खिलाफ शान उनके निकला है, ऐसे यसू की गल नहीं हो रही। हमारे कलम से हज़रत ईसा अलैहिस्सलाम की निस्बत जो कुछ उनकी खिलाफ शान के ख़िलाफ़ निकला है वो इल्ज़ामी जवाब के रंग में है और यहूदियों के अल्फाज हमने नकल किए हैं। अच्छा यसू की गल नहीं कर रहे, साफ वादे लफ्ज़ां 'ਚ मिर्ज़ा साहब ने ईसा अलैहिस्सलाम ਦਾ ਨਾਂ ਲਿਖਿਆ ਤੇ ਮਿਰਜ਼ਾ ਸਾਹਿਬ ਫਰਮਾਉਂਦੇ ਨੇ ਕਿ ਉਹਨਾਂ ਦੀ ਸ਼ਾਨ 'ਚ ਜੋ ਕੁਛ ਉਹਨਾਂ ਦੇ ਖਿਲਾਫ, ਉਹਦੀ ਸ਼ਾਨ ਦੇ ਖਿਲਾਫ ਸਾਡੇ ਕਲਮ 'ਚੋਂ ਨਿਕਲਿਆ ਨਾ, ਉਹ ਅਸੀਂ ਯਹੂਦੀਆਂ ਦੇ ਇਤਰਾਜ਼ ਨਕਲ ਕੀਤੇ ਨੇ। ਅੱਛਾ ਹੁਣ ਇੱਥੇ ਦੋ ਪਾਰਟੀਆਂ ਨੇ ਮਜ਼ੰਮਤ ਕਰਨ ਵਾਲੀਆਂ, ਇੱਕ ਤੁਸੀਂ ਹੋ ਤੇ ਇੱਕ ਉਹ ਨੇ ਜਿਹੜੇ ਕਹਿੰਦੇ ਨੇ ਕਿ ਇਲਜ਼ਾਮੀ ਤੌਰ ਤੇ ਅਸੀਂ ਜੋ ਸਾਡੇ ਮੂੰਹ 'ਚ ਆਉਣਾ ਅਸੀਂ ਕਹਿਣਾ, ਉਹੀ ਹੈ ਮਿਰਜ਼ਾ ਸਾਹਿਬ ਨੇ ਵੀ ਲਿਖਿਆ ਹੋਇਆ। ਤੇ ਤੁਸੀਂ ਕਹਿੰਦੇ ਹੋ ਕਿ ਜਮਾਤ ਦਾ ਮੌਕਫ ਹੈ, ਸਾਡੀ ਜਮਾਤ ਦਾ ਮੌਕਫ। ਮੇਰੀ ਗੱਲ ਸੁਣ ਲਓ। ਜ਼ਿਆਦਤੀ ਨਾ ਕਰੋ, ਉਹਦਾ ਸਿਆਕੋ ਸਬਕ ਪੜੋ ਔਰ ਸਮਝੋ ਮਿਰਜ਼ਾ ਸਾਹਿਬ ਨੇ ਕੀ। ਸਰ ਮੈਂ ਤੁਹਾਨੂੰ ਕਿਤਾਬ ਦੱਸ ਦਿੰਦਾ, ਇੱਥੇ ਸਾਹਮਣੇ ਲਾ ਲਓ ਸਰ, ਸਿਆਕੋ ਸਬਾਕ ਵੀ ਪੜ੍ਹ ਲਓ। ਰੂਹਾਨੀ ਖਜ਼ਾਨ ਦੀ ਜਿਲਦ 20 ਹੈ, ਸਫਾ ਨੰਬਰ 332 ਹੈ। ਮੁਹੰਮਦ ਭਾਈ ਇੱਕ ਮਿੰਟ ਨਾਸਰ ਸਾਹਿਬ, ਮੈਂ ਅਲੀਮ ਸਾਹਿਬ ਨਾਲ ਮੁਖਾਤਬ ਤੁਹਾਡੇ ਨਾਲ ਮੈਂ ਗੱਲ ਨਹੀਂ ਕਰ ਰਿਹਾ। ਨਾਸਰ ਸਾਹਿਬ ਜਵਾਬ ਤੁਸੀਂ ਮੈਂ ਜਵਾਬ ਦੇਣਾ ਨਾ ਤੁਹਾਨੂੰ, ਤੁਸੀਂ ਬਰਾੜ ਦੇ ਮੁਖਾਤਬ ਹੋ, ਪੜਨ ਦੀ ਕਿਹੜੀ ਲੋੜ? ਮੈਂ ਜਵਾਬ ਦੇਣਾ ਤੁਹਾਨੂੰ ਨਾ। ਮੈਨੂੰ ਗੱਲ ਕਰਨ ਦਓਗੇ? ਮੈਨੂੰ ਗੱਲ ਕਰਨ ਦਓਗੇ? ਮੈਂ ਤੁਹਾਡਾ ਸਵਾਲ ਆ ਗਿਆ ਤੇ ਜਵਾਬ ਲੈ ਲਓ ਤੁਸੀਂ। ਨਾਸਰ ਸਾਹਿਬ ਨਾਲ ਸਵਾਲ ਪੂਰਾ ਲੈ ਲਈਏ ਤੇ ਉਸ ਵਿੱਚ ਜਵਾਬ। ਤੁਹਾਨੂੰ ਬਹੁਤਾ ਤੇਜ਼ ਜਵਾਬ ਆਇਆ ਤੇ ਤੁਸੀਂ ਦੇ ਲਓ ਪਹਿਲੇ ਜੀ, ਦਿਓ ਜੀ। ਤੁਹਾਨੂੰ ਬਹੁਤ ਤੇਜ਼ ਜਵਾਬ ਆਇਆ, ਦਿਓ। ਆਹੋ ਤੁਹਾਡੇ ਚ ਕਿਹੜਾ ਜਿਹੜੀ ਤੁਸੀਂ ਤਿਆਰੀ ਨਾਲ ਪੜਨਾ ਚਾਹੁੰਦੇ ਹੋ, ਮੈਂ ਤੁਹਾਨੂੰ ਜਵਾਬ ਦੇ ਦੇਣਾ ਹੁੰਦਾ। ਜਵਾਬ ਇਹ ਹੈ ਕਿ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਇਹ ਕੋਈ ਅੱਜ ਦੀ ਗੱਲ ਨਹੀਂ ਹੈ ਕਿ ਤੁਸੀਂ ਅੱਜ ਕੀਤੀ ਹੈ। ਇਹਦਾ ਜਵਾਬ ਬਾਕਾਇਦਾ ਨੈਟਾਂ ਤੇ YouTube ਤੇ ਕਿਤਾਬਾਂ 'ਚ ਹਰ ਜਗ੍ਹਾ ਲਿਖਿਆ। ਲੇਕਿਨ ਚਲੋ ਤੁਸੀਂ ਫਿਰ ਆ ਗਏ ਹੋ ਤੇ ਤੁਹਾਨੂੰ ਫਿਰ ਦੱਸ ਦਿੰਦੇ ਹਾਂ। ਗੱਲ ਇਹ ਹੈ ਕਿ ਜਦੋਂ ਮਿਰਜ਼ਾ ਸਾਹਿਬ ਨੇ ਇਹ ਗੱਲ ਲਿਖ ਦਿੱਤੀ ਹੈ ਕਿ ਇਲਜ਼ਾਮੀ ਜਵਾਬ ਹੈ, ਤੇ ਇਲਜ਼ਾਮੀ ਜਵਾਬ ਜਦੋਂ ਉਹਨਾਂ ਨੇ ਅੱਗੇ ਜਿਹੜਾ ਕੋਈ ਬੰਦਾ ਜਿਹੜਾ ਅਗਲਾ ਬੰਦਾ ਇਤਰਾਜ਼ ਕਰਨ ਵਾਲਾ ਹੁੰਦਾ ਹੈ ਨਾ, ਉਹਨੂੰ ਵੇਖਿਆ ਜਾਂਦਾ ਹੈ ਕਿ ਉਹ ਕਿਸ ਕਿਸਮ ਦਾ ਬੰਦੇ ਨੇ, ਉਹ ਕੀ ਸਵਾਲ ਕਰਦੇ ਨੇ। ਅੱਲਾ ਔਰ ਅੱਲਾ ਦੇ ਰਸੂਲ ਨੇ ਇੱਕ ਕਾਇਦਾ ਕੁਲੀਆ ਬਿਆਨ ਕਰ ਦਿੱਤਾ ਹੈ ਜਿਹੜਾ ਗੱਲ ਕਰਨ ਦਾ, ਕਿ ਤੁਸੀਂ ਕਿਸੇ ਦੇ ਝੂਠੇ ਖੁਦਾ ਨੂੰ ਵੀ ਝੂਠਾ ਨਾ ਕਹੋ।
ਤਾਂ ਕਿ ਕਿਉਂ ਕਿ ਉਹਨੇ ਪਲਟ ਕੇ ਜਦੋਂ ਗੱਲ ਕਰਨੀ ਹੈ ਤੇ ਤੁਹਾਡੇ ਉਹ ਸੱਚੇ ਨੂੰ ਵੀ ਬੁਰਾ ਕਹੇਗਾ। ਇੱਕ ਇਹਦੀ ਅੱਗੇ ਵਜ਼ਾਹਤ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਹਦੀਸ ਵਿੱਚ ਕਰ ਦਿੱਤੀ ਹੈ ਕਿ ਕਿਤਨੇ ਬਦਬਖਤ ਉਹ ਲੋਕ ਨੇ ਜਿਹੜੇ ਆਪਣੇ ਮਾਂ ਪਿਓ ਨੂੰ ਗਾਲੀ ਕੱਢਦੇ ਨੇ। ਉਹਨੇ ਪੁੱਛਿਆ ਕੌਣ ਸਨ ਉਹ ਨੇ ਕਿ ਜਿਹੜੇ ਤੁਸੀਂ ਕਿਸੇ ਦੇ ਮਾਂ ਪਿਓ ਨੂੰ ਗਾਲੀ ਕੱਢੋਗੇ, ਅੱਗੋਂ ਉਹ ਜਵਾਬ ਵੀ ਜਿਹੜਾ ਗਾਲੀ ਕੱਢੇਗਾ ਉਹ ਬੰਦਾ ਨਹੀਂ ਕੱਢੇਗਾ, ਉਹ ਆਪੂ ਕਢਵਾ ਰਿਹਾ ਆਪਣੇ ਮਾਂ ਪਿਓ। ਠੀਕ ਹੋ ਗਿਆ ਜੀ। ਗੱਲ ਇਹ ਹੈ ਕਿ ਜਦੋਂ ਇਲਜ਼ਾਮੀ ਜਵਾਬ ਕਿਸੇ ਨੂੰ ਦੇਣਾ ਪੈਂਦਾ ਹੈ, ਇਹ ਹੀ ਮਕਸਦ ਹੈ ਕਿ ਅੱਲਾਹ ਔਰ ਅੱਲਾਹ ਨੇ ਰਸੂਲ ਨੇ ਤੈਅ ਕਰ ਦਿੱਤਾ ਹੈ ਕਿ ਗੁਫ਼ਤਗੂ ਕਰਨ ਦੇ ਆਦਾਬ ਸਿੱਖੋ। ਪਹਿਲੇ ਸਭ ਸੇ ਪਹਿਲੇ ਗੁਫ਼ਤਗੂ ਕਰਨ ਦੇ ਆਦਾਬ ਸਿੱਖੋ। ਜਿਹੜਾ ਮਸਲਾ ਹੈ ਮਸਲੇ ਤੇ ਗੱਲਬਾਤ ਕਰੋ, ਕਿਸੇ ਦੇ ਵੀ ਅਕਾਬਰ ਕਿਸੇ ਦੇ ਮਾਂ ਪਿਓ ਤੱਕ ਮਤ ਜਾਓ। ਜਦੋਂ ਉਹ ਤੁਹਾਨੂੰ ਉਹ ਜਵਾਬ ਦੇਗਾ ਤੇ ਉਹਦੇ ਜ਼ਿੰਮੇਦਾਰ ਤੁਸੀਂ ਖੁਦ ਹੋਵੋਗੇ। ਇਲਜ਼ਾਮੀ ਜਵਾਬ ਦੇ ਸਕਦਾ ਹੈ ਬੰਦਾ ਕੁਝ ਵੀ ਜਿਹੜਾ ਦੇਣਾ ਚਾਹੇ, ਕੋਈ ਮਸਲਾ ਨਹੀਂ ਹੁੰਦਾ, ਲੇਕਿਨ ਉਹਦਾ ਜ਼ਿੰਮੇਦਾਰ ਉਹ ਹੁੰਦਾ ਹੈ ਕਿ ਜਿਹੜਾ ਉਹ ਜਵਾਬ ਸਵਾਲ ਕਰਨ ਵਾਲੇ ਦੇ ਮਨਸਰ ਹੈ ਕਿ ਉਹਨੇ ਕਿੱਥੇ ਤੱਕ ਕੀਤਾ। ਤੁਸੀਂ ਪੁਆਇੰਟ ਟੂ ਪੁਆਇੰਟ ਜਿਹੜੀ ਮਸਲਾ ਹੈ ਉਹਦੇ ਤੇ ਗੱਲ ਕਰੋ। ਜਦੋਂ ਤੁਸੀਂ ਕਿਸੇ ਦੇ ਅਕਾਬਰ ਕਿਸੇ ਦੇ ਮਾਂ ਪਿਓ ਤੱਕ ਜਾਓਗੇ ਤੇ ਤੁਹਾਨੂੰ ਕੋਈ ਇਲਜ਼ਾਮੀ ਜਵਾਬ ਦਿੰਦਾ ਹੈ ਤੇ ਉਹ ਜ਼ਿੰਮੇਦਾਰ ਤੁਸੀਂ ਖੁਦ ਹੋਵੋਗੇ। ਉਹ ਦੇ ਸਕਦਾ ਕੋਈ ਵੀ ਬੰਦਾ ਜੀ। ਜੀ ਜ਼ਾਹਿਦ ਸਾਹਿਬ। ਅੱਛਾ ਅਲੀਮ ਸਾਹਿਬ, ਮੈਨੂੰ ਤੇ ਛੱਡ ਦਿਓ, ਤੁਸੀਂ ਦੱਸੋ ਤੁਹਾਨੂੰ ਸਮਝ ਆ ਗਈ ਜਵਾਬ ਦੀ? ਨਹੀਂ, ਮੈਂ ਚਾਹ ਰਿਹਾ ਤੁਸੀਂ ਗੱਲ ਮੁਕੰਮਲ ਕਰ ਲਓ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਮੈਂ ਦੇ ਦਾਂਗਾ ਜਵਾਬ, ਜਾਂ ਨਾਸਰ ਸਾਹਿਬ ਦੇ ਦੇਣਗੇ, ਚੰਗੇਜ਼ ਸਾਹਿਬ ਵੀ ਮੌਜੂਦ ਨੇ। ਤੁਹਾਡੀ ਗੱਲ ਮੁਕੰਮਲ ਇੰਨੀ ਸੀ ਤੁਹਾਡੀ ਗੱਲ ਬਸ? ਨਹੀਂ, ਮੈਂ ਇਸੇ ਵਾਸਤੇ ਕਹਿ ਰਿਹਾ ਸੀ, ਨਾਸਰ ਸਾਹਿਬ ਨੂੰ ਬਹੁਤ ਤੇਜ਼ ਜਵਾਬ ਆ ਗਿਆ ਸੀ, ਗੱਲ ਉਹਨਾਂ ਨੂੰ ਸਮਝ ਨਹੀਂ ਆਈ ਕਿ ਮੈਂ ਸਵਾਲ ਕੀ ਕੀਤਾ, ਲੇਕਿਨ ਉਹਨਾਂ ਨੂੰ ਐਡਾ ਤੇਜ਼ ਜਵਾਬ ਆਇਆ ਸੀ ਨਾ। ਮੁਹੰਮਦ ਜ਼ਾਹਿਦ ਸਾਹਿਬ, ਤੁਸੀਂ ਨਾ ਆਪਣੇ ਅਕਾਬਰੀਨ ਦੀ ਵੀ ਕਿਤਾਬਾਂ ਪੜ੍ਹ ਲਓ। ਉਹਨਾਂ ਨੇ ਵੀ ਇਸੇ ਰੰਗ 'ਚ ਹਜ਼ਰਤ ਈਸਾ ਅਲੈਹਿਸਲਾਮ ਦੇ ਗਾਲੇ 'ਚ ਦੇ ਹਵਾਲੇ ਨਾਲ ਜਿਹੜੇ ਯਹੂਦੀਆਂ ਨੇ ਗੱਲਾਂ ਇਲਜ਼ਾਮ ਲਾਏ ਸਨ, ਉਹਨਾਂ ਨੂੰ ਉਹ ਵੀ ਉਹਨਾਂ ਨੇ ਲਿਖੇ ਨੇ ਆਪਣੀ ਕਿਤਾਬਾਂ 'ਚ। ਤੇ ਇਸ ਵਾਸਤੇ ਲਿਖੇ ਨੇ ਕਿ ਉਹ ਜਿਹੜੇ ਸਾਈ ਸਨ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਅਗੇਂਸਟ ਬੜੀ ਗੁਸਤਾਖੀਆਂ ਕਰ ਸਨ, ਤੇ ਉਹਨਾਂ ਦੇ ਜਵਾਬ ਵਿੱਚ ਉਹਨਾਂ ਨੂੰ ਇਹ ਚਿਹਰਾ ਇਹ ਸ਼ੀਸ਼ਾ ਵਿਖਾਇਆ ਸੀ ਕਿ ਤੁਸੀਂ ਹਜ਼ਰਤ ਈਸਾ ਅਲੈਹਿ ਸਲਾਮ ਨੂੰ ਜੋ ਮੰਨਦੇ ਹੋ, ਉਹਨਾਂ ਦੇ ਅਗੇਂਸਟ ਵੀ ਯਹੂਦੀ ਇਹੋ ਜਿਹੀ ਗੱਲਾਂ ਹੀ ਕਰਦੇ ਸਨ। ਇਹ ਤੁਹਾਡੇ ਕਾਬਰੀ ਨੇ ਵੀ ਲਿਖਿਆ ਹੈ। ਈਵਨ ਜਿਹੜੇ ਅੱਜ ਬਟਾਲਵੀ ਸਾਹਿਬ ਦੀ ਜਿਹੜੀ ਕਿਤਾਬ ਪੜ੍ਹੀ ਗਈ ਹੈ ਨਾ, ਜਿਹੜੀ ਉਹਦੇ ਜਵਾਬ 'ਚ ਪੜ੍ਹੀ ਗਈ ਹੈ, ਰੰਗੀਲਾ ਰਸੂਲ ਦੇ ਜਵਾਬ 'ਚ ਜਿਹੜੀ ਅੰਮ੍ਰਿਤਸਰੀ ਸਾਹਿਬ ਨੇ ਜਿਹੜੀ ਕਿਤਾਬ ਲਿਖੀ ਹੈ, ਉਹਦੇ ਵਿੱਚ ਵੀ ਉਹਨਾਂ ਨੇ ਜਵਾਬ ਦਿੰਦੇ ਹੋਏ ਇਹ ਲਿਖਿਆ ਹੈ ਕਿ ਇਹੋ ਜਿਹੇ ਇਲਜ਼ਾਮ ਯਹੂਦੀ ਲਾਉਂਦੇ ਸਨ ਹਜ਼ਰਤ ਈਸਾ 'ਤੇ ਵੀ, ਤੇ ਤੁਸੀਂ ਉਹੀ ਕੰਮ ਕਰ ਰਹੇ ਹੋ ਈਸਾਈਓ। ਤੇ ਉਹਨਾਂ ਦੇ ਜਿਹੜੇ ਇਲਜ਼ਾਮ ਨੇ ਉਹ ਵੀ ਲਿਖੇ ਨੇ। ਤੇ ਇਹ ਤੁਸੀਂ ਜਿਹੜੀ ਨਾ ਕੋਈ ਗੱਲ ਜਿਹੜੀ ਹੈ ਮੁਕੰਮਲ ਪਹਿਲੇ ਸਮਝਿਆ ਕਰੋ, ਆਪਣੀ ਅਕਾਬਰੀਨ ਦੀ ਕਿਤਾਬਾਂ ਪੜ੍ਹਿਆ ਕਰੋ, ਤਾਂ ਕਿ ਜਿਹੜਾ ਨਾ ਤੁਹਾਨੂੰ ਸਮਝ ਆਏ ਕਿ ਕਿਸ ਤਰ੍ਹਾਂ ਕੀ ਇਹਦੀ ਬੈਕਗਰਾਉਂਡ ਹੈ। ਠੀਕ ਹੈ। ਅੱਛਾ ਚਲੋ ਜੀ, ਮੈਨੂੰ ਛੱਡ ਦਿਓ। ਅਲੀਮ ਸਾਹਿਬ, ਦੋ ਬੰਦਿਆਂ ਨੇ ਤੁਹਾਡੇ ਨੇ ਜਵਾਬ ਦੇ ਦਿੱਤਾ, ਮੇਰਾ ਸਵਾਲ ਪੂਰਾ ਹੋਣ ਤੋਂ ਪਹਿਲਾਂ ਹੀ ਐਡਾ ਤੇਜ਼ ਜਵਾਬ ਆ ਜਾਂਦਾ। ਤੁਹਾਨੂੰ ਕੋਈ ਸਮਝ ਆਈ ਜਵਾਬ ਦੀ? ਚਲੋ ਮੈਨੂੰ ਤੁਸੀਂ ਸਮਝਾ ਦਿਓ ਹੁਣ। ਨਹੀਂ, ਮੈਨੂੰ ਘੱਟ ਸਮਝ ਆਉਂਦੀ ਹੈ। ਇੱਕ ਅਲੀਮ ਸਾਹਿਬ, ਸਲਾਮ ਅਲੈਕਮ। ਵਾਲੇਕੁਮ ਸਲਾਮ ਚੰਗੇਜ਼ ਸਾਹਿਬ। ਸਰ ਕੀ ਹਾਲ ਹੈ? ਠੀਕ ਠਾਕ। ਇਹ ਜਿਹੜੇ ਦੋ ਬੰਦੇ ਨਾ, ਜਿਹੜਾ ਆਪਣਾ ਜਿਹੜੇ ਕਲਾਮ ਕਰ ਰਹੇ ਨੇ, ਜੋ ਥੱਲੇ ਫੈਸਲ ਸਾਹਿਬ ਆਏ ਨੇ, ਇਹ ਦੋ ਬੰਦੇ ਐਸੇ ਨੇ ਕਿ ਇਹ ਐਸੀਆਂ ਕੰਧਾਂ ਨੇ ਕਿ ਕੰਧਾਂ ਦੇ ਵਿੱਚ ਸਿਰ ਪਾੜੋਗੇ ਜਾਂ ਆਪਣੇ ਸਿਰ ਪਾਟਣਗੇ। ਇਹਨਾਂ ਨੂੰ ਇੱਕ ਚੀਜ਼ ਦਾ ਮੈਂ ਇਹਨਾਂ ਨੂੰ ਇਹ ਸਮਝਣਾ ਵਾਂ ਕਿ ਇਹਨਾਂ ਕੋਲ ਸਵਾਏ ਇਹਨਾਂ ਨੂੰ ਇੱਕ ਇਤਰਾਜ਼ ਦਾ ਜਵਾਬ ਦੇਣ ਤੋਂ ਪਹਿਲੇ ਜਦੋਂ ਦੇਣ ਲੱਗੋਗੇ ਨਾ, ਇਹਨਾਂ ਨੇ 4 ਇਤਰਾਜ਼ ਹੱਥ 'ਚ ਹੋਰ ਫੜੇ ਹੋਏ ਨੇ। ਠੀਕ ਹੈ, ਲਿਹਾਜ਼ਾ ਐਸਾਂ ਦੇ ਬੰਦੇ ਨਾਲ ਗੱਲ ਕਰਨਾ ਮੈਂ ਸਮਝਣਾ ਵਾ ਵਕਤ ਦਾ ਜ਼ਿਆ ਔਰ ਬੇਵਕੂਫੀ ਹੈ। ਜਿਹੜਾ ਵੀ ਅਹਿਮਦੀ ਇਹਨਾਂ ਨਾਲ ਗੱਲ ਕਰਦਾ, ਮੇਰੇ ਖਿਆਲ ਨਾਲ। वेरी गुड जी। साहब अलीम साहब, जब उनको जवाब मिल जाए ना तो उनको दोबारा फिर वही इतराज रिपीट करने का मौका ना दिया करें। मेरा जो अपना ज़ाती ख्याल है जी। साहब ਜੀ ਮੈਂ ਇਹ ਕਹਿ ਰਿਹਾ ਜੀ, ਜੇ ਚੰਗੇਜ਼ ਖਾਨ ਸਾਹਿਬ ਨੂੰ ਮੈਂ ਮਿਹਰਬਾਨੀ ਕਰਨ ਥੱਲੇ ਚਲੇ ਜਾਣ, ਕਿਉਂਕਿ ਸਿਰ ਪਾੜਨ ਦਾ ਫਾਇਦਾ ਕੋਈ ਨਹੀਂ, ਤੇ ਤੁਸੀਂ ਐਵੇਂ ਜਵਾਬ ਦੇਣ ਆ ਗਏ ਉੱਤੇ। ਤੇ ਜਿਨ੍ਹਾਂ ਦੀ ਗੱਲ ਹੋ ਰਹੀ ਉਹਨਾਂ ਨੂੰ ਕਰਨ ਦਿਓ ਆਪਸ 'ਚ। ਮੈਂ ਜਵਾਬ ਨਹੀਂ ਦੇਣ ਆਇਆ ਸੀਕਰ ਸਾਹਿਬ, ਮੈਂ ਕਤਨ ਜਵਾਬ ਨਹੀਂ ਦੇਣ ਆਇਆ। ਮੈਂ ਸਿਰਫ ਇੱਕ ਆਪਣੇ ਜਿਹੜੇ ਇੱਥੇ ਭਾਈ ਬੈਠੇ ਹੋਏ ਨੇ, ਮੈਂ ਸਿਰਫ ਉਹਨਾਂ ਦੀ ਰਹਿਨੁਮਾਈ ਵਾਸਤੇ ਆਇਆ ਵਾਂ। ਕੋਈ ਵੀ ਬੰਦਾ ਇੱਥੇ ਬਹਿ ਕੇ, ਜਿਸ ਤਰ੍ਹਾਂ ਇੱਕ ਆਮਰ ਨਜ਼ੀਰ ਸਾਹਿਬ, ਇਹ ਨਜ਼ੀਰੀਅਤ ਫਿਰਕਾ ਹੈਗਾ ਵੇ ਜਿਹਦੇ ਵਿੱਚ ਸਾਰੇ ਹੋ ਗਿਆ ਨਜ਼ੀਰੀਅਤ ਹੈ, ਤੇ ਫਿਰਕਾ ਨਜ਼ੀਰੀਅਤ ਦੇ ਵਿੱਚ ਜਿਹੜਾ ਨਾ ਆਪਣਾ ਤੁਸੀਂ ਜਿੰਨੇ ਮਰਜ਼ੀ ਇਹਨਾਂ ਨੂੰ ਜਵਾਬ ਦੇ ਲਓ, ਜਿੱਦਾਂ ਮਰਜ਼ੀ ਇਹਨਾਂ ਨੂੰ। ਤੁਸੀਂ ਅੱਜ 10 ਮਿੰਟ ਬਹਿ ਕੇ ਸੁਣੋ, ਉੱਪਰ ਇਹਨਾਂ ਨੂੰ ਜਵਾਬ ਦਿੰਨੇ ਆ, ਤੇ ਤੁਸੀਂ ਅਗਰ ਕੋਈ ਗੱਲ ਹੋਈ ਤਾਂ ਤੁਸੀਂ ਬਹਿ ਕੇ ਸੁਣੋ। ਇਹਨਾਂ ਨੂੰ ਪਤਾ ਹੈ, ਮੈਂ ਵੀ ਜਾਣਦਾ, ਇਹਨਾਂ ਨੂੰ ਉਹਦੇ ਹਿਸਾਬ ਦੇ ਮੁਤਾਬਕ ਜਵਾਬ ਦੇਵਾਂਗੇ, ਕੋਈ ਫਿਕਰ ਨਾ ਕਰੋ। ਤੁਸੀਂ 10 ਮਿੰਟ ਸੁਣੋ, ਇਹਨਾਂ ਨੂੰ ਕਰਨ ਦਿਓ। ਇੱਕ ਮਿੰਟ ਹੌਸਲਾ ਤੇ ਕਰ ਲਿਆ ਕਰੋ। ਫਿਰਕਾ ਨਜ਼ੀਰੀਅਤ ਜਿਹੜੀ ਹੈ ਨਾ, ਉਹਦਾ ਜਵਾਬ ਜਿਹੜਾ ਆ ਕੇ ਦੇਗਾ ਨਾ, ਉਹ ਇਹਨਾਂ ਨੂੰ ਕੋਈ ਪੂਰਾ ਨਹੀਂ ਕਰ ਸਕਦਾ, ਕਿਉਂਕਿ ਇਹਨਾਂ ਕੋਲੋਂ ਇੱਕ ਦਲੀਲ ਛੱਡ ਕੇ 50 ਦਲੀਲ ਹੋਰ ਕੱਢ ਦੇਣਗੇ।
कर ले भाईजान कर ले। अलीम भाई सलाम वालेकुम, क्या हाल है? मैं फिर जवाब ही समझा अलीम साहब। हाँ वालेकुम सलाम। एक मिनट जाहिद भाई करो। अलीम भाई मैं चुप करके नीचे सुन रहा हूँ, मुझे प्रॉब्लम कोई नहीं है, लेकिन मुझे अपनी जिंदगी का रिकॉर्ड बता दें, आपकी लाइफ के ऊपर या तलत साहब की लाइफ के ऊपर मैंने कोई सवाल किया हो या कोई बात की हो जो बगैर रेफरेंस के, बगैर किसी चीज के की हो, या कोई गुस्ताखाना अंदाज में की हो। मैं एक आपके सामने ख्याल पेश करता हूँ कि भाई सारी पार्टियां इसके ऊपर रोशनी डालें, अगर इसके ऊपर इतराज है मैं नीचे बैठ जाता हूँ, लेकिन ये तो ना कहें कि इन्होंने को मतलब ये को बुरी बात करते हैं। आपका कलाम है भाई, आपके कलाम से आपके ऊपर ही कहते हैं कि आप एक्सप्लेन कर दें, हम तो एक्सप्लेन नहीं करते, इसके ऊपर तो इतराज नहीं होना चाहिए। मेरा सवाल है आज ਉਹਦਾ जवाब ਦਿਓ ਇੱਥੇ। मैं लगी है ना, ये मेरे भरा पहले मेरे तो आए ने, मेरी बारी तो बाद जाएगी, मैं तो सलाम करना आया। रुक जाओ सारे दोस्त रुक जाओ। ਅੱਛਾ ਜੀ ਫੈਸਲ ਭਾਈ, ਮੈਂ ਇਹ ਗੱਲ ਅੱਗੇ ਕਈ ਦਫਾ ਕਹਿ ਚੁੱਕਿਆ ਵਾਂ ਕਿ ਤੁਸੀਂ ਵੀ ਉਹਨਾਂ ਦੋਸਤਾਂ ਦੇ ਵਿੱਚੋਂ ਜਿਹੜੇ ਚੰਦ ਦੋਸਤ ਐਸੇ ਨੇ ਜਿਹੜੇ ਕਿ ਬੜੀ ਅੱਛੀ ਗੱਲ ਕਰਨਾ ਜਾਣਦੇ ਨੇ ਔਰ ਉਹ ਗੱਲ ਅੱਛੀ ਤਰ੍ਹਾਂ ਕਰਦੇ ਨੇ। ਮੈਂ ਤੇ ਤੁਹਾਡੇ ਖਿਲਾਫ ਮੇਰੀ ਤੇ ਜਿਹੜੇ ਤੁਹਾਡੇ ਬਾਰੇ ਜਿਹੜੀ ਮੇਰੀ ਰਾਏ ਹੈ ਉਹ ਤੇ ਇਹੋ ਹੀ ਹੈ ਕਿ ਤੁਸੀਂ ਗੱਲ ਅੱਛੀ ਤਰ੍ਹਾਂ ਕਰਦੇ ਹੋ ਔਰ ਗੱਲ ਸੁਣਦੇ ਹੋ ਔਰ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ। ਉਹਨਾਂ ਦਾ ਗੱਲ ਹੈ ਸਾਨੂੰ ਸਮਝ ਆਏ, ਤੁਹਾਨੂੰ ਸਮਝ ਸਾਡੀ ਆਉਂਦੀ ਹੈ ਕਿ ਨਹੀਂ ਆਉਂਦੀ, ਸਾਨੂੰ ਤੁਹਾਡੀ ਸਮਝ ਆਉਂਦੀ ਹੈ ਕਿ ਨਹੀਂ ਆਉਂਦੀ। ਰਹੀ ਗੱਲ ਦੂਸਰੀ, ਚੰਗੇਜ਼ ਸਾਹਿਬ ਜਿਹੜੀ ਕੀਤੀ ਹੈ ਤੇ ਆਜ਼ਾਦੀ ਰਾਏ ਹੈ ਤੇ ਉਹਨਾਂ ਦਾ ਹੱਕ ਬਣਦਾ ਉਹ ਤੁਹਾਡੇ ਬਾਰੇ 'ਚ ਵੀ ਰਾਏ ਰੱਖਣ ਔਰ ਕੁਛ ਵੀ ਉਹ ਕਹਿਣ। ਅਗਰ ਅੱਛੇ ਅਲਫਾਜ਼ ਦੇ ਨਾਲ ਉਹ ਕਹਿਣਾ ਚਾਹੁੰਦੇ ਨੇ ਤੇ ਕੋਈ ਨਹੀਂ ਮਸਲਾ, ਕਹਿਣਗੇ, ਸਾਰੇ ਦੋਸਤ ਕਹਿ ਸਕਦੇ ਨੇ ਇੱਕ ਦੂਸਰੇ ਨੂੰ। ਇੱਕ ਰਾਏ ਦਿੱਤੀ ਹੈ। अच्छा जी, मैं नहीं रुके मैं सीकर साहब पहले बोल लें, उसके बाद फिर आगे चलते हैं। सीकर साहब को बड़ी स्क्रीन मैंने की है, तो मैं जी असल में चाह रहा हूँ कि मुनाजरा तो हो नहीं रहा, तो सारे दोस्त ऐसे फ्रेंडली माहौल में जरा बात कर रहे हैं, इसलिए मैं टोक नहीं रहा किसी को। जी सीकर साहब। मेहरबानी। बाकी आपकी रहनुमाई जो वो कर गए हैं, तो मेरे ख्याल में आपको पिछले कई सालों में इतनी अच्छी रहनुमाई नहीं मिली हुई जितनी वो कर गए हैं, तो इससे इस्तेफादा हासिल करें। तो बाकी है कि यार थोड़ा नासिर साहब, बाकी लोग ना सब्र पैदा करे करो, आपस से कलीमुल्ला सलीमुल्ला पासिंग कर आपस से एक सवाल पूछा दूजा आपस से जवाब दे जाते हो भाई, बाकी भी आए ने बेचारे। तो मैं तो इतना ही कहूंगा कि जाहिद साहब, जो मुझे आपका सवाल समझ आया है और जो आगे से जवाब आया है जल्दबाजी में, वो मुझे यही है कि भाई तुसी जो उन्होंने कहोगे बुरा तो सीधा नबी सल्लल्लाहु अलैहि वसल्लम के बारे च गलत गल कर देंगे। तो मैनू तो हाले तक यही समझ आई है। बाकी ये है कि अगर जाहिद साहब ने ये बात की है, और मेरे ख्याल में आप उनको चैलेंज करें जाहिद साहब को कि भाई उन्होंने इल्जामी जवाब के तौर पे ਤੁਸੀਂ ਜਿਹੜੀ ਸਿਕਰ ਸਾਹਿਬ ਤੁਸੀਂ ਜਿਹੜੀ ਗੱਲ ਕਰ ਰਹੇ ਹੋ गल ते करन दियो यार, गल ते कर। ਨਹੀਂ ਉਹ ਇਹੀ ਗੱਲ ਹੈ, ਤੁਸੀਂ ਜਿਹੜੀ ਗੱਲ ਕਰ ਬੈਠੇ ਹੋ, ਲੇਕਿਨ ਗੱਲ ਇਹ ਹੈ ਕਿ ਤੁਸੀਂ ਇਹ ਗੱਲ ਕਹੀ ਹੈ ਇੱਥੇ ਮੈਨੂੰ ਦੇਖੋ, ਇਹਨਾਂ ਨੇ ਹੁਣ ਗੱਲ ਕਹੀ ਹੈ ਕਿ ਮੈਂ ਸਮਝਿਆ ਕਿ ਉਹਨਾਂ ਨੇ ਕਿ ਤੁਸੀਂ ਗੱਲ ਕਰੋਗੇ ਤੇ ਉਹ ਤੁਹਾਡੇ ਜਵਾਬ ਦੇਣਗੇ, ਤੇ ਮੈਂ ਜਿਹੜੀ ਗੱਲ ਤੁਹਾਡੇ ਨਾਲ ਪਹਿਲੇ ਕੀਤੀ ਤੇ ਉਹ ਬੰਦਾ ਕੋਈ ਕਹਿੰਦਾ ਜੀ ਸਾਨੂੰ ਸਮਝ ਹੀ ਨਹੀਂ ਆਈ। ਮੈਂ ਤਾਂ ਤੁਹਾਨੂੰ ਕਿਹਾ, ਮੈਂ ਤੁਹਾਨੂੰ ਅੱਲਾ ਔਰ ਅੱਲਾ ਦੇ ਰਸੂਲ ਦੀ ਗੱਲ ਦੱਸੀ ਹੈ ਕਿ ਕਿਸੇ ਦੇ ਮਾਂ ਪਿਓ ਤੱਕ, ਕਿਸੇ ਦੇ ਬੜੇ ਤੱਕ ਮਤ ਜਾਓ ਕਿ ਅੱਗੇ ਉਹ ਜਵਾਬ ਦੇਗਾ ਤੇ ਤੁਹਾਡੇ ਖੁਦਾ ਨੂੰ ਭਲਾ ਬੁਰਾ ਕਹੇਗਾ, ਤੇ ਤੁਹਾਨੂੰ ਉਹ ਗੱਲ ਤੋਂ ਸਮਝ ਹੀ ਨਹੀਂ ਆਉਂਦੀ ਕਿਸੇ ਨੂੰ। ਠੀਕ ਹੈ ਮੈਨੂੰ ਗੱਲ ਪੂਰੀ ਕਰਨ ਦਿਓ। ਬਾਕੀ ਜ਼ਾਹਿਦ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਤੁਸੀਂ ਆਂਦੇ ਹੋ ਜੀ ਉਹਨਾਂ ਨੇ ਸਿਰਫ ਉਹਨਾਂ ਦੇ ਇਲਜ਼ਾਮਾਤ ਤਹਿਰੀਰ ਕੀਤੇ ਨੇ, ਨਕਲ ਕੀਤੇ ਨੇ ਇਲਜ਼ਾਮਾਤ ਜਵਾਬ ਦੇਣ ਵਾਸਤੇ। ਤੇ ਜ਼ਾਹਿਦ ਸਾਹਿਬ ਨੂੰ ਆਖੋ ਜੇ ਮਿਰਜ਼ਾ ਸਾਹਿਬ ਨੇ ਪੱਲਿਓਂ ਕੋਈ ਗੱਲ ਕੀਤੀ ਹੈ ਹਜ਼ਰਤ ਈਸਾ ਤੇ ਉਹਦਾ ਸਕੈਨ ਪੇਸ਼ ਕਰਨ, ਤੇ ਮੈਂ ਗਾਰੰਟੀ ਨਾਲ ਦੇਣਾ ਕਿ ਜ਼ਾਹਿਦ ਸਾਹਿਬ ਦੇਖੋ ਫਿਰ ਅੱਗੋਂ ਜਵਾਬ ਕੀ ਦਿੰਦੇ ਨੇ। ਜੀ ਬਹੁਤ ਸ਼ੁਕਰੀਆ ਜੀ, ਮੈਂ ਹੁਣ ਜਾ ਰਿਹਾ, ਤੇ ਅਗਰ ਨਈਮ ਭਾਈ ਨੂੰ ਤੁਸੀਂ ਲੈ ਸਕਦੇ ਹੋ, ਅਲੀਮ ਭਾਈ ਤੇ ਨਈਮ ਮਲਿਕ ਸਾਹਿਬ ਨੂੰ, नईम मान साहब ਨੂੰ। और सीकर साहब एक बात आपने मिस कर दी। आप जो काबरीन है ना, दूसरे फिरकों के जो काबरीन है, उन्होंने भी यही तरीका इख्तियार किया है जो हज़रत मसीह अलैहिस्सलाम ने किया था। दूसरे काबरीन ने भी यही तरीका इख्तियार किया है, और यहूदियों के जो इल्ज़ामात हैं उन्होंने अपनी बुकों में कोट किए हैं हज़रत ईसा पे जो इल्ज़ामात थे। हाँ जी, मैं इजाजत चाह रहा हूँ। तो बाकी है कि आप भी उनको काफिर मान लें, फिर नबी छोड़ दें। बहुत शुक्रिया जी, मैं इजाजत चाहता हूँ। ਹਜ਼ਰਤ ਤੁਸੀਂ ਸਪੀਕਰ ਸਾਹਿਬ ਇਹ ਵੀ ਟੀਵੀ ਲਾ ਕੇ ਜਾਣਾ ਨਹੀਂ, ਜਵਾਬ ਦੇ ਕੇ ਜਾਣਾ ਕਿ ਜਦੋਂ ਅੱਲਾ ਇਹ ਗੱਲ ਕਹਿ ਰਿਹਾ ਕੁਰਾਨ ਵਿੱਚ ਕਿ ਕਿਸੇ ਨੇ ਝੂਠੇ ਖੁਦਾ ਨੂੰ ਵੀ ਤੁਸੀਂ ਝੂਠਾ ਨਾ ਕਹੋ, ਕਿਉਂਕਿ ਉਸਨੇ ਨੇ ਬਦਲੇ ਤੁਹਾਡੇ ਸੱਚੇ ਖੁਦਾ ਨੂੰ ਝੂਠਾ ਕਹਿਣਾ ਹੈ। जब अल्लाह ये गल फरमा रहा है तो पीछे केड़ी गल बाकी रह गई है? अल्लाह की गल क्यों नहीं जाते? मेरा जवाब जाहिद साहब ते नईम साहब देंगे, इन्हां दा जवाब मेरा ही जवाब है। बहुत शुक्रिया। हां वही गल, वो जवाब क्यों नहीं देंदे तुसी? जदों अल्लाह ने गल वजाहत कर दी है तो फिर की मसला है? पीछे रह गया फिर डर कादा है? ਅਸੀਂ मैं बिल्कुल देखो, मैं ਇੱਥੇ बैठा था जमात वाले, मैं इस गल ਨੂੰ नहीं समझना कि किसी दी भी काबर दी या रसूलुल्लाह सल्लल्लाहु अलैहि वसल्लम तो इस्तगफार उन्हां दी कोई तौहीन कीती जाए या कोई गल पढ़ी जाए, लेकिन
ਅੱਲਾ ਨੇ ਇਹ ਗੱਲ ਫਰਮਾ ਦਿੱਤੀ ਹੈ ਕੁਰਾਨ ਵਿੱਚ ਕਿ ਜੋ ਵੀ ਕਰੇਗਾ ਉਹ ਕਰਵਾਉਣ ਵਾਲਾ ਉਸਦਾ ਮੁਜਰਮ ਹੈ, ਕਰਵਾਉਣ ਵਾਲਾ ਮੁਜਰਮ ਹੈ ਉਹਦਾ। ਉਸ ਗੱਲ ਤੇ ਕਿਉਂ ਨਹੀਂ ਕੋਈ ਸਮਝ ਆਉਂਦੀ? ਅੱਗੇ ਤੇ ਬੜੇ ਦੌੜਦੇ ਨੇ ਸਾਰੇ, ਇਹ ਹੋ ਗਿਆ ਤਾਂ ਉਹ ਹੋ ਗਿਆ। ਬਈ ਜਿਹੜੀ ਅੱਲਾ ਦੀ ਗੱਲ ਹੈ ਉਹਦਾ ਜਵਾਬ ਕੌਣ ਦੇਗਾ? ਮੇਰੇ ਖਿਆਲ ਚ ਸਪੀਕਰ ਸਾਹਿਬ ਹੁਣ ਤਸ਼ਰੀਫ ਲੈ ਗਏ ਨੇ ਤੇ ਤਲਤ ਸਾਹਿਬ ਤੇ ਸ਼ਹਿਨਸ਼ਾਹ ਸਾਹਿਬ ਥੱਲੇ ਨੇ, ਇਹਨਾਂ ਨਾਲ ਸਲਾਮ ਦੁਆ ਲਈਏ। ਤਲਤ ਸਾਹਿਬ ਸ਼ਹਿਨਸ਼ਾਹ ਸਾਹਿਬ ਵੀ ਤਸ਼ਰੀਫ ਲੈ ਆਏ ਨੇ, ਤੁਸੀਂ ਵੀ ਤੁਹਾਡੇ ਨਾਲ ਸਲਾਮ ਦੁਆ ਹੋ ਚੁੱਕੀ ਹੈ ਮੇਰੀ ਪਹਿਲੇ ਵੀ। ਤੇ शहनशाह साहब अस्सलाम वालेकुम। वालेकुम अस्सलाम वरहमतुल्लाहि वबरकातुहू। हमें अच्छी सी बात बताएंगे शहनशाह साहब? किस हवाले से? हेलो जी जी शहनशाह साहब किसी भी हवाले से बताइए जनाब। या आप पूछेंगे तो फिर इंशाल्लाह कोशिश करूँगा। अच्छा ठीक है, मैं तो चाह रहा था कि हमें कुछ बताएं, बात हम आगे बढ़े तो थोड़ा सा अच्छा माहौल हो। अलीम मैं कह रहा साहब हूँ बात आप पूछे तो इंशाल्लाह जो मेरे लायक होगा इंशाल्लाह। ठीक चलो है मैं सवाल करना है अलीम साहब इन्हों कोलों। जी तलत साहब ने तो हलाल ही तलत साहब तुसी हो। ਅੱਛਾ ਮਾਦਰਤ ਹਾਂ ਤਲਾ ਸਾਹਿਬ ਕੋ ਪੁੱਛ ਲਓ, ਉਸ ਤੋਂ ਬਾਅਦ ਨਾ ਮੈਨੂੰ ਸਰ ਮੈਨੂੰ ਸਵਾਲ ਕਰ ਲੈਂਦੇ ਆ ਜੋ ਅਲੀਮ ਸਾਹਿਬ ਨੇ ਸਾਰਿਆਂ ਦੀ ਸੁਣ ਲਈ ਹੁਣ ਤੇ। ठीक हो गया, ठीक, एक मिनट रुकिए जरा जी। तलत साहब अस्सलाम वालेकुम। वालेकुम अस्सलाम रहमतुल्लाह बरकातुह। तुसी बैठे हो ना जी थोड़ी देर हले? जी जी बैठो भाई। बस ठीक है फिर अपना करो गपशप से जी जी जी। मुजाहिद साहब तलत साहब ने मुखातब कर लियो भावें, मैं भी मौजूद हाँ सुन रहा लेकिन तलत साहब वैसे टॉपिक ਕੀ ਚੱਲ ਨਹੀਂ ਰਿਹਾ ਸਰ? ਮੇਰਾ ਤਲਤ ਸਾਹਿਬ ਨਾਲ ਸਵਾਲ ਨਹੀਂ ਨਾ ਹੈ, ਮੇਰਾ ਸਵਾਲ ਹੈ ਅਲੀਮ ਸਾਹਿਬ ਤੁਹਾਡੇ ਨਾਲ। अच्छा ਮੈਂ ਇਸੇ ਵਾਸਤੇ ਪਹਿਲੇ ਵੀ ਤੁਹਾਨੂੰ ਮੁਖਾਤਬ ਕੀਤਾ ਸੀ, ਲੇਕਿਨ ਉਹ ਮੇਰੇ ਖਿਆਲ ਕੋ ਤੁਹਾਡੇ ਤੋਂ ਸਿਆਣੇ ਲੋਕ ਬੈਠੇ ਨੇ, ਉਹ ਕਹਿੰਦੇ ਨੇ ਕਿ ਅਸੀਂ ਪਹਿਲੇ ਜਵਾਬ ਦੇਣਾ ਸਵਾਲ ਤੋਂ, ਜੋ ਰੌਲਾ ਪੈ ਜਾਂਦਾ। ਤੇ ਤੁਸੀਂ ਮੌਜੂਦ ਹੋ, ਮੈਨੂੰ ਦੱਸ ਦਿਓ ਜਰਾ। मैं बिल्कुल मौजूद हाँ, मैं सुन रहा जनाब तुहानू। अच्छा बड़ी मेहरबानी। अच्छा तला साहब अपना अलीम साहब गल इंज है कि मिर्ज़ा साहब ने लिखा है कि हज़रत ईसा इब्ने मरियम अलैहिस्सलाम की शान के ख़िलाफ़ जो अल्फाज हमारे कलम से निकले हैं वो हमने यहूदियों के एतराज़ात नकल किए हैं। ਤੇ ਤੁਹਾਡੀ ਜਮਾਤ ਦੇ ਕੁਝ ਲੋਕ ਜਿਹੜੇ ਨੇ ਉਹਨਾਂ ਨੇ ਵੀ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੇ ਖਿਲਾਫ ਜਿਹੜੀ ਗੱਲ ਹੋਈ ਹੈ ਉਹ ਉਹਨਾਂ ਨੇ ਕਿ ਇੱਕ ਹਿੰਦੂ ਦੀ ਕਿਤਾਬ ਜਿਹੜੀ ਹੈ ਉਹ ਅਲਫਾਜ਼ ਕੋਡ ਐਂਡ ਕੋਡ ਕੀਤੇ ਨੇ, ਯਾਨੀ ਕਿ ਨਕਲ ਕੀਤੇ ਨੇ। ਤੇ ਤੁਸੀਂ ਉਹਨਾਂ ਤੇ ਜਿਹੜਾ ਨਾ ਇਤਰਾਜ਼ ਵੀ ਕਰਦੇ ਹੋ ਤੇ ਤੁਸੀਂ ਕੰਡੈਮ ਕਰਦੇ ਹੋ ਕਿ ਇਹਨਾਂ ਨੇ ਕੰਮ ਗਲਤ ਕੀਤਾ, ਲੇਕਿਨ ਅਸੀਂ ਤੁਹਾਨੂੰ ਇਹ ਕਹਿੰਦੇ ਆ ਕਿ ਉਹਨਾਂ ਨੇ ਉਹੀ ਕੰਮ ਕੀਤਾ ਜਿਹੜਾ ਮਿਰਜ਼ਾ ਸਾਹਿਬ ਨੇ ਵੀ ਕੀਤਾ ਹੋਇਆ। नहीं ਕਿ ਮਿਰਜ਼ਾ ਸਾਹਿਬ ਨੇ ਵੀ ਯਹੂਦੀਆਂ ਦੇ ਇਲਜ਼ਾਮ ਚੁੱਕ ਕੇ, ਸਰ ਦੇਖੋ ਮੇਰੀ ਗੱਲ ਤੇ ਮੁਕੰਮਲ ਹੋਣ ਦਿਓ ਨਾ, ਮਿਰਜ਼ਾ ਸਾਹਿਬ ਨੇ ਵੀ ਯਹੂਦੀਆਂ ਦੇ ਇਲਜ਼ਾਮ ਚੁੱਕ ਕੇ ਜਿਹੜੇ ਹਜ਼ਰਤ ਈਸਾ ਇਬਨ ਮਰੀਮ ਅਲੈਹਿਸਲਾਮ ਦੇ ਖਿਲਾਫ ਸਨ ਉਹ ਚੁੱਕ ਕੇ ਆਪਣੀਆਂ ਕਿਤਾਬਾਂ ਛਾਪੇ ਨੇ ਹਜ਼ਰਤ, ਤੇ ਬਾਅਦ ਅਲਫਾਜ਼ 'ਚ ਲਿਖਿਆ ਕਿ ਹਜ਼ਰਤ ਈਸਾ ਦੀ ਸ਼ਾਨ ਦੇ ਖਿਲਾਫ ਜਿਹੜੇ ਅਲਫਾਜ਼ ਨੇ ਉਹ ਅਸੀਂ ਯਹੂਦੀਆਂ ਦੇ ਇਤਰਾਜ਼ ਲਿਖੇ ਨੇ। अच्छा ਉਹੀ ਕੰਮ ਤੇ ਉਹਨਾਂ ਨੇ ਵੀ ਕੀਤਾ ਜਿਹੜੇ ਉੱਥੇ ਬਹਿ ਕੇ ਉਹ ਕਿਤਾਬ ਪੜ੍ਹਦੇ ਸਨ। ਤੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਉਹੀ ਕੰਮ ਕੀਤਾ ਹੈ ਜਿਹੜਾ ਮਿਰਜ਼ਾ ਸਾਹਿਬ ਨੇ ਕੀਤਾ। ਤੇ ਤੁਹਾਨੂੰ मैं सवाल से ट्रुथ सीकर साहब, मैं अलीम साहब से मुखातिब, मैं अलीम साहब से मुखातिब, मैं अलीम साहब से मुखातिब हूँ। गलत बात है ना बयान करें। ट्रुथ सीकर साहब जब मैं आपसे बात करूंगा ना तो मेरा ये लहजा नहीं होगा, मेरी ये टून नहीं होगी। फिर जब आप सनाउल्लाह अमरसरी साहब ने फलां ने, फिर मैं आपकी वो आप मैं ये बशीरुद्दीन कह रहा हूँ, महमूद साहब, नूरुद्दीन साहब की बहुत सारी किताबें निकालूंगा और मूड खराब हो जाएगा। मुझे अलीम साहब से बात करने दे बस। जो बात आप बयान कर रहे हैं वो तो मैं देना जवाब है, मैं देना ना अलीम साहब, मैं दिया जवाब। बात करने दे। अच्छा मैं नासर साहब जवाब डिटेल ਨਾਲ ਦੇਣਗੇ, ਲੇਕਿਨ ਮੈਂ ਥੋੜਾ ਜਿਹਾ ਜਵਾਬ ਪਹਿਲਾਂ ਆਪ ਨਾਸਰ ਦਿਓ। ਸਾਹਿਬ ਦੇਣਾ, ਬਾਅਦ ਤੁਸੀਂ ਭਾਵੇਂ ਡਿਟੇਲ ਨਾਲ ਦੇ ਰਹੇ, ਤੁਸੀਂ ਟਰੁਥ ਸੀਕਰ ਸਾਹਿਬ ਜਿਹੜਾ ਦੋਸਤ ਮੁਨਾਸਬ ਸਮਝੇਗਾ ਉਹ ਜਵਾਬ ਦੇ ਲੈ। ਅੱਛਾ ਜ਼ਾਹਿਦ ਸਾਹਿਬ ਇਹ ਤੁਹਾਨੂੰ ਸਮਝ ਨਹੀਂ ਮੁਸਲਿਮ ਮੌਤ ਦੀ ਸਹੀ ਤਰ੍ਹਾਂ ਆਈ ਤੇ ਤੁਸੀਂ ਇੱਕ ਲਾਈਨ ਕੱਢ ਕੇ ਬਾਰ-ਬਾਰ ਪੜ੍ਹ ਰਹੇ ਹੋ। ਦੇਖੋ ਇਹਦਾ ਇੱਕ ਫਹਿਮ ਸਮਝਣਾ ਹੁੰਦਾ ਹੈ ਜਿਹੜਾ ਅੱਗੇ ਤਲਤ ਸਾਹਿਬ ਦਾ ਫਿਕਰਾ ਹੈ, ਮੈਂ ਬੜੀ ਮਾਜ਼ਰਤ ਨਾਲ ਤਲਤ ਸਾਹਿਬ ਦੀ ਇਜਾਜ਼ਤ ਨਾਲ ਇਸਤੇਮਾਲ ਕਰਨਾ। ਇਹ ਸਾਡੀ ਪਰਵਰਿਸ਼ ਹੋਈ ਹੈ ਜਮਾਤ 'ਚ, ਅਸੀਂ ਇੰਨੇ ਸਾਲ ਤੋਂ ਇਹ ਵੇਖ ਰਹੇ ਹਾਂ, ਇੱਕ ਉਹਦੀ ਜਮਾਤ ਦੀ ਇੱਕ ਤਾਲੀਮਾਤ ਨੇ। ਔਰ ਮਿਰਜ਼ਾ ਸਾਹਿਬ ਨੇ ਵੀ ਬਿਲਕੁਲ ਉਹਨਾਂ ਦਾ ਇਹ ਮਤਲਬ ਨਹੀਂ ਹੋ ਸਕਦਾ ਕਿਉਂਕਿ ਜੋ ਤੁਸੀਂ ਤਰੀਕ ਉੱਤੇ ਲਾਓਗੇ ਅਸੀਂ ਉਹ ਸਾਰੀ ਪੜ੍ਹ ਲਾਂਗੇ। ਬਿਲਕੁਲ ਹੋ ਹੀ ਨਹੀਂ ਸਕਦਾ ਕਿ ਉਹ ਤੋਹੀਨ ਉਹਨਾਂ ਦਾ ਮਤਮਾ ਨਜ਼ਰ ਹੋਏ ਮੁਸਲਿਮ ਉਹਦਾ ਮਿਰਜ਼ਾ ਸਾਹਿਬ ਦਾ, ਬਿਲਕੁਲ ਇਹਦੇ 'ਚ ਕੋਈ ਸ਼ੱਕ ਸ਼ੁਬਾ
ਹੈ ਹੀ ਨਹੀਂ, ਦੂਰ ਦੂਰ ਤੱਕ ਵੀ ਨਹੀਂ। ਜਿਹੜੀ ਤੁਸੀਂ ਹੁਣ ਤਹਿਰੀਰ 2-3 ਵਾਰ ਪੜ੍ਹੀ ਹੈ, ਮੈਂ ਤੁਹਾਨੂੰ ਤਾਂ ਹੀ ਕਿਹਾ ਸੀ ਕਿ ਸਿਆਕੋ ਸਬਾਕ ਪੜ੍ਹੋ, ਉਹ ਸਾਰੀ ਮਜ਼ਮੂਨ ਸਮਝ ਆ ਜਾਏਗਾ ਉਹ ਕਹਿਣਾ ਕੀ ਚਾਹ ਰਹੇ ਨੇ। ਜਮਾਤੇ ਅਹਿਮਦੀਆ ਜਾਂ ਹਜ਼ਰਤ ਮਸੀਹ ਮਊਦ ਮਿਰਜ਼ਾ ਸਾਹਿਬ ਬਿਲਕੁਲ ਕਿਤੇ ਦੂਰ ਦੂਰ ਤੱਕ ਰਸੂਲੇ ਕਰੀਮ ਦੀ ਤੋਹੀਨ ਜਾਂ ਕਿਸੇ ਨਬੀ ਦੀ ਤੋਹੀਨ ਸੋਚ ਹੀ ਨਹੀਂ ਸਕਦੇ, ਬਿਲਕੁਲ ਨਹੀਂ ਸੋਚ ਸਕਦੇ, ਨਾ ਮਿਰਜ਼ਾ ਸਾਹਿਬ ਤੇ ਨਾ ਜਮਾਤ। ਸਾਡੇ ਜਿਹੜੇ ਦੋਸਤਾਂ ਦੀ ਕੋਈ ਗੱਲ ਹੋਈ ਹੈ ਉਹਦੇ ਵਿੱਚ ਵੀ ਮੈਂ ਤੁਹਾਨੂੰ ਅੱਗੇ ਵੀ ਕਿਹਾ, ਜਮਾਤ ਅਹਿਮਦੀਆ ਕਿਸੇ ਵੀ ਤਰ੍ਹਾਂ ਕੋਈ ਭਾਵੇਂ ਉਹ ਇਲਜ਼ਾਮੀ ਜਵਾਬ ਹੋਏ, ਭਾਵੇਂ ਉਹ ਕੋਈ ਉਹਨਾਂ ਨੇ ਰੈਫਰੈਂਸ ਦੇਣਾ ਹੋਏ ਜਿਹਦੇ ਵਿੱਚ ਰਸੂਲੇ ਕਰੀਮ ਦੀ ਤੋਹੀਨ ਦਾ ਸ਼ਾਇਬਾ ਵੀ ਹੋਏ, ਨੁਕਤੇ ਬਰਾਬਰ ਵੀ ਜਮਾਤ ਅਹਿਮਦੀਆ ਉਹਦੀ ਮਜ਼ਮਤ ਕਰਦੀ ਹੈ। ਸਾਡਾ ਮਕਸਦ ਹੀ ਨਹੀਂ ਹੈ। ਮੇਰਾ ਤੇ ਇਹ ਜਵਾਬ ਹੈ। ਤੇ ਨਾਸਰ ਸਾਹਿਬ ਜਾਂ ਟੂਸੀ ਕੇ ਸਾਹਿਬ ਅੱਗੋਂ ਡਿਟੇਲ ਨੂੰ ਦੱਸਣਾ ਚਾਹੁੰਦੇ। ਅੱਛਾ ਅਲੀਮ ਭਾਈ ਮੈਂ ਸਕੈਨ ਨਹੀਂ ਲਾ ਪਾ ਰਿਹਾ ਤੇ ਤੁਸੀਂ ਸਫਾ ਨੰਬਰ ਲਿਖੋ, ਰੂਹਾਨੀ ਖਜ਼ਾਇਨ ਜਿਲਦ 20 ਸਫਾ ਨੰਬਰ 336, ਠੀਕ ਹੈ, ਤੇ ਮਿਰਜ਼ਾ ਸਾਹਿਬ ਦੀ ਇਹ ਤਹਿਰੀਰ ਹੈ। ਨਾਸਰ ਸਾਹਿਬ ਇੱਕ ਮਿੰਟ ਹੌਸਲਾ ਕਰ ਲਓ, ਨਾਸਰ ਸਾਹਿਬ ਇੱਕ ਮਿੰਟ ਹੌਸਲਾ ਕਰ ਲਓ, ਤੁਹਾਡੀ ਬੜੀ ਮਿਹਰਬਾਨੀ। ਜਵਾਬ ਲਓ ਤੁਸੀਂ। ਮੈਂ ਕਿਹਾ ਮੈਂ ਤੁਹਾਨੂੰ ਫਿਰ ਜਵਾਬ ਦੇਣਾ, ਤਹਿਰੀਰ ਆ ਗਈ, ਤੁਸੀਂ ਸਵਾਲ ਕਰਨਾ ਹੈ, ਅਸੀਂ ਜਵਾਬ ਦੇਣਾ। ਨਾਸਰ ਸਾਹਿਬ ਤੁਹਾਡੀ ਮਿਹਰਬਾਨੀ, ਤੁਹਾਡੀ ਮਿਹਰਬਾਨੀ, ਤੁਹਾਡੀ ਮਿਹਰਬਾਨੀ, ਮਿਹਰਬਾਨੀ ਕਰੋ ਮੈਨੂੰ ਅਲੀਮ ਭਾਈ ਨਾਲ ਜਰਾ 2 ਮਿੰਟ ਗੱਲ ਕਰ ਲੈਣ ਦਿਓ। ਉਹ ਮੈਂ ਅਲੀਮ ਸਾਹਿਬ ਤੁਹਾਨੂੰ ਪਹਿਲੇ ਕਿਹਾ ਕਿ ਤੁਸੀਂ 2 ਬੰਦਿਆਂ ਨੇ ਕੰਡੈਮ ਕੀਤਾ, ਤੁਸੀਂ ਤੇ ਤਲਤ ਸਾਹਿਬ ਨੇ, ਇਹ ਤੇ ਉਹਨਾਂ ਦੇ ਨਾਲ ਨੇ, ਇਹ ਤੇ ਪਹਿਲੇ ਹੀ ਉੱਥੇ ਬੈਠੇ ਨੇ, ਇਹਨਾਂ ਦਾ ਜਵਾਬ ਦੇਣਾ ਬਣਦਾ ਹੀ ਨਹੀਂ। ਤੁਹਾਨੂੰ ਮੈਂ ਜਵਾਬ ਤੁਸੀਂ ਗੱਲ ਕਰਨੀ ਅਲੀਮ ਸਾਹਿਬ, ਤੁਸੀਂ ਸਵਾਲ ਕਰਨੇ ਨੇ, ਜਵਾਬ ਲਓ। ਉਹ ਭਾਈ ਤੁਹਾਡੇ ਨਾਲ ਸਵਾਲ ਹੀ ਨਹੀਂ ਨਾ, ਤੁਸੀਂ ਤੇ ਉਸ ਗਰੁੱਪ 'ਚ ਸ਼ਾਮਲ ਹੋ, ਤੁਹਾਡੇ ਨਾਲ ਸਵਾਲ ਹੀ ਨਹੀਂ ਹੈ। ਸਵਾਲ ਤੇ ਉਹਨਾਂ ਨਾਲ ਜਿਨ੍ਹਾਂ ਨੇ ਕੰਡੈਮ ਕੀਤਾ, ਤੁਸੀਂ ਐਵੇਂ ਵਿੱਚ ਤੀਸਰੇ ਪਾਸੋਂ ਲੱਤ ਫਸਾ ਰਹੇ ਹੋ ਯਾਰ, ਬਿਲਾ ਵਜ੍ਹਾ ਦੀ ਐਵੇਂ ਗੱਲ ਹੀ ਨਹੀਂ ਕਰਨ ਦੀ ਯਾਰ। ਟਰੁਥ ਸੀਕਰ ਸਾਹਿਬ ਜਵਾਬ ਦੇ ਦੇਣ, ਅਗਰ ਤਫਸੀਲ ਨਾਲ ਹਵਾਲਿਆਂ ਦੇ ਨਾਲ ਅਗਰ ਦੇਣਾ। ਮੈਂ ਕਹਿੰਦਾ ਜਵਾਬ ਨਹੀਂ ਅਲੀਮ ਭਾਈ, ਅਲੀਮ ਭਾਈ ਮੇਰੀ ਗੱਲ ਸੁਣੋ ਕਿ ਜਦੋਂ ਤੁਸੀਂ 2 ਬੰਦੇ ਕੰਡੈਮ ਕਰਨ ਵਾਲੇ ਹੋ, ਸਵਾਲ ਹੀ ਤੁਹਾਡੇ ਨਾਲ ਹੈ। ਜਿਹੜਾ ਬੰਦਾ ਕੰਡੈਮ ਹੀ ਨਹੀਂ ਕਰਦਾ ਉਹਦੇ ਨਾਲ ਤੇ ਸਵਾਲ ਹੀ ਨਹੀਂ, ਉੱਤੇ ਤੇ ਇਤਰਾਜ਼ ਹੀ ਨਹੀਂ ਬਣਦਾ। ਅਲੀਮ ਸਾਹਿਬ ਤੁਹਾਡੇ 2 ਬੰਦਿਆਂ ਤੇ ਇਤਰਾਜ਼ ਬਣਦਾ, ਸਵਾਲ ਹੀ ਤੁਹਾਡੇ ਨਾਲ ਬਣਦਾ। ਤੁਹਾਡੇ ਨਾਲ ਮੈਂ ਤੁਹਾਡੇ ਨਾਲ ਬੜੇ ਪਿਆਰ ਨਾਲ ਸਵਾਲ ਕਰ ਰਿਹਾ, ਤੁਸੀਂ ਮੈਨੂੰ ਇਹਦਾ ਜਵਾਬ ਦੇਣਾ। ਮਿਰਜ਼ਾ ਸਾਹਿਬ ਦੀ ਤਹਿਰੀਰ ਤੁਹਾਡੇ ਸਾਹਮਣੇ ਰੱਖੀ ਹੈ, ਤੁਸੀਂ ਕਹਿੰਦੇ ਹੋ ਕਿ ਤੁਸੀਂ ਉਹਨੂੰ ਗਲਤ ਮੌਕਫ ਲਿਆ ਉਸ ਤਹਿਰੀਰ ਦਾ, ਠੀਕ ਹੈ। ਤੁਸੀਂ ਮਿਰਜ਼ਾ ਸਾਹਿਬ ਦੀ ਤਹਿਰੀਰ ਦੱਸ ਦਿਓ ਤੇ ਮੈਂ ਕੁਰਾਨ ਦੀ ਤੁਹਾਨੂੰ ਗੱਲ ਦੱਸਣਾ, ਉਹਦਾ ਜਵਾਬ ਕਿਹਨੇ ਦੇਣਾ ਹੈ? ਅੱਛਾ ਜੀ, ਤੁਸੀਂ ਨਾ ਅਲੀਮ ਸਾਹਿਬ ਨਾਸਰ ਸਾਹਿਬ ਕੋਲੋਂ ਨਾ ਤੁਸੀਂ ਜਵਾਬ ਲੈ ਲਓ, ਇਹਨਾਂ ਨੂੰ ਬਹੁਤ ਜ਼ੋਰ ਦਾ ਜਵਾਬ ਆਇਆ, ਇਹਨਾਂ ਨੂੰ ਤੁਸੀਂ ਲੈ ਲਓ ਜਵਾਬ। ਜਿਹੜਾ ਕੁਰਾਨ ਹੀ ਗੱਲਾਂ ਕਹਿੰਦਾ ਉਹਦਾ ਜਵਾਬ ਕਿਹਨੇ ਦੇਣਾ ਹੈ? ਉਹ ਉੱਥੇ ਖਾਮੋਸ਼ੀ ਹੈ, ਉੱਥੇ ਖਾਮੋਸ਼ੀ ਹੋ ਗਈ ਹੈ ਬਸ। ਹਾਂਜੀ ਉੱਥੇ ਖਾਮੋਸ਼ੀ। ਤੁਸੀਂ ਮੇਰੇ ਕੋਲੋਂ ਨਾ ਨਾਸਰ ਸਾਹਿਬ, ਤੁਸੀਂ ਮੇਰੇ ਕੋਲੋਂ ਕੁਝ ਸੁਣ ਬੈਣਾ ਜੇ। ਮਿਰਜ਼ਾ ਸਾਹਿਬ ਕਹਿੰਦੇ ਨੇ ਆर्यों का परमेश्वर मेरी नाभ से 10 उंगली नीचे है, लाओ कुरान का फतवा मिर्जा साहब से, लाओ कुरान का फतवा मिर्जा। ये मैं यही कह रहा था अलीम साहब, हाँ जी बहुत शुक्रिया आप लोगों का। अच्छा ठीक है। हाँ जी अलीम साहब, मैंने एक बात आपसे यही कह रहा था कि एक बंदा जब आके सवाल करता है और उसका जवाब दे दिया जाता है तो वो एग्जैक्टली वही सवाल दोबारा आके करना, इस चीज से ना रोकना चाहिए, क्योंकि हाँ जी दिक्र भाई, ये मैं सॉरी आपकी बात काट रहा हूँ अलीम साहब, मैं आपसे मुखातब हूँ, ठीक है। ये आप लोगों को आके बहुत सवाल करते हैं ना, मैं देख रहा हूँ बराटे भी आज कितने दिन से सोच रहा हूँ। अलीम साहब मेरा आपसे सवाल है, चलो मैं और आपसे जवाब करते हैं सवाल को। देखिए ये जैसे आके किताब बयान करते हैं, नहीं मैं वान साहब ने सलाम ना ली पहले, नहीं पहले जवाब सुन लो, गल भूल नहीं है मैंने। फिर सुनो, बात यह है कि ये आपसे आके जब सवाल करते हैं, देखें अल्लाह बड़ा है या रसूल बड़ा है, तुसी मैंने दसो। चलो मैं तो तुसी गलबात करने, खुदा दी जात बड़ी है या रसूल दी? नहीं खुदा तआला ते वो और चीज है, लेवल हो रहा है। ओके ठीक है, चलो थोड़ा मेरा जवाब आगे सुनो। खुदा ताला कुरान च गल कह रहा है कि खुदा ताला नू पता सा कि दुनिया की है, क़यामत तक कैसे लोग इत्थे आने ने, की गल्लां होणियां ने, की मसाइल होने ने। अल्लाह और अल्लाह दे रसूल ने हर चीज दा हल दस दिता है। खुदा ताला कहंदा है कि किसे दे झूठे खुदा नू भी झूठा ना को, वो जवाब भी तुहाड़े सच्चे खुदा नू झूठा कहेगा, ठीक है। ये खुदा नू झूठा कहेगा भाई। खुदा मैं मन्ना कि रसूल अल्लाह सल्लल्लाहु अलैहि वसल्लम नाल हर बंदे नू इन्हां नू ज़्यादा मोहब्बत है, साढ़े नाल ज़्यादा मोहब्बत है इन्हां नू, ये बहुत हो जांदे ने, वो इमोशनल हो जांदे ने लोग। लेकिन खुदा ताला कुरान विच कह रहा है कि खुदा नू झूठा कहेगा तुहाड़े नू, ते ओदा जिम्मेदार कौन होएगा? वो बंदा होएगा जिहड़ा वो गल बढ़ा रहा है, जिहड़ा अगले कोलों वो गल करवा रहा है, वो बंदा ओदा जिम्मेदार होएगा। इस गल का जवाब कोई आदमी नहीं दे रहा, समझ नहीं आ रही। मिर्जा साहब ने लिख दिता था, मिर्जा साहब ने वो लिख दिता। भाई जब खुदा ने तुहाड़े वास्ते एक कुरान दी गल लिख दी है कि किसी दे झूठे नू भी
ਝੂਠਾ ਮਤ ਕਹੋ ਕਿ ਜਵਾਬਨ ਉਹ ਤੁਹਾਡੇ ਸੱਚੇ ਖੁਦਾ ਨੂੰ, ਰਸੂਲ ਨੂੰ ਨਹੀਂ, ਸੱਚੇ ਖੁਦਾ ਨੂੰ ਝੂਠਾ ਕਹੇਗਾ ਤੇ ਉਹਦਾ ਜ਼ਿੰਮੇਦਾਰ ਉਹ ਬੰਦਾ ਹੋਏਗਾ ਜਿਹੜਾ ਅਖਵਾ ਰਿਹਾ ਹੈ। ਅੱਛਾ, ਇਸ ਦਾ ਮਤਲਬ ਇਹ ਹੈ ਕਿ ਖੁਦਾ ਤਾਲਾ ਬੰਦਿਆਂ ਨੂੰ ਸਮਝਾ ਰਿਹਾ ਹੈ ਕਿ ਗੁਫ਼ਤਗੂ ਕਰਨ ਦੇ ਤਰੀਕਾਕਾਰ ਸਿੱਖੋ, ਆਦਾਬ ਸਿੱਖੋ। ਲਿਖਿਆ ਹੈ ਕਿਸੇ ਦੇ ਝੂਠੇ ਖੁਦਾ ਨੂੰ ਵੀ ਝੂਠਾ ਨਾ ਕਹੋ। ਇਹ ਆਇਤ ਪੇਸ਼ ਕਰਨਾ ਜ਼ਰਾ। ਜੀ ਨਈਮ ਸਾਹਿਬ ਕੀ ਹਾਲ ਚਾਲ, ਠੀਕ ਠਾਕ ਹੋ? ਲਾ ਹੌਲ ਵਾਲਾ ਕੁਵਤ ਪਹਿਲੇ ਆਇਤ ਪੇਸ਼ ਕਰੋ ਜਿੱਥੇ ਲਿਖਿਆ ਹੈ ਕਿ ਕਿਸੇ ਦੇ ਝੂਠੇ ਖੁਦਾ ਨੂੰ ਵੀ ਝੂਠਾ ਨਾ ਕਹੋ। ਲਾ ਹੌਲ ਵਾਲਾ ਇਹ ਕੁਰਾਨ ਮਜੀਦ ਦੀ ਆਇਤ ਹੈ ਆਪਣਾ ਨਾਸਰ ਸਾਹਿਬ, ਨਈਮ ਸਾਹਿਬ ਜਿਹੜਾ ਰੈਫਰੈਂਸ ਦੇ ਰਹੇ ਨੇ ਨਾਸਰ ਸਾਹਿਬ? ਉਹ ਬਿल्कुल जी, कुरान में लिखा है, कुरान में अल्लाह ताला कहता है कि किसी के झूठे को भी खुदा को भी झूठा ना कहो, नहीं तो जवाब भी जो तुम्हारे सच्चे खुदा ਨੂੰ ਝੂਠਾ ਕਹਿਣਗੇ। ਇਹਨਾਂ ਨੂੰ ਹੁਣ ਮੈਂ ਦੱਸ ਦਿਆਂਗਾ ਹੋਰ ਰੈਫਰੈਂਸ ਲਿਆ ਕੇ। ਉਹ ਕਿਹੜੀ ਆਇਤ ਹੈ ਜਿੱਥੇ ਲਿਖਿਆ ਹੈ ਝੂਠੇ ਨੂੰ ਵੀ ਝੂਠਾ ਨਾ? ਦੱਸੋ ਕਿਹੜੀ ਆਇਤ ਹੈ? ਉਹ ਦੱਸ ਦਿਆਂਗੇ ਤੁਹਾਨੂੰ, ਦੱਸ ਦਿਆਂਗੇ। ਮੇਰੇ ਕੋਲ ਇੱਥੇ ਰੈਫਰੈਂਸ ਨਹੀਂ ਚਾਹਿਆ ਇਹਦਾ ਕੋਲ। ਮੈਂ ਤੁਹਾਡੀ ਤਰ੍ਹਾਂ ਚਾਰ ਰੈਫਰੈਂਸ ਚਾਹ ਕੇ ਤੇ ਨਹੀਂ ਪਹਿਲੇ ਲਾ ਤੂੰ ਗੱਲ ਸ਼ੁਰੂ ਹੋਈ, ਲਾ ਇਲਾਹਾ ਇਲਾ, ਪਹਿਲੇ ਨਫੀਅਤ ਬਾਅਦ ਇਸ ਬਾਤ ਹੈ। ਤੁਸੀਂ ਕਹਿੰਦੇ ਝੂਠੇ ਨੂੰ ਝੂਠਾ ਨਾ ਕਹੋ। ਹਾਂਜੀ ਹੈਲੋ, ਅਗਰ ਮੈਂ ਤੁਹਾਨੂੰ ਕੁਰਾਨ ਚੋਂ ਲਾ ਦਿਆਂ ਤੇ ਫਿਰ ਕੀ ਹੋਏਗਾ? ਦਿਓ ਆਇਤ ਨਜ਼ਬ ਆਇਤ ਰੈਫਰੈਂਸ ਦਿਓ। ਮੈਂ ਲਾ ਦਿਆਂ ਤੇ ਫਿਰ ਕੀ ਹੋਏਗਾ? ਇਹ ਤੇ ਇਸ ਤਰ੍ਹਾਂ ਪੁੱਛਦੇ ਨੇ ਕਿ ਜਿਸ ਤਰ੍ਹਾਂ ਇਹ ਗੱਲ ਹੈ ਹੀ ਨਹੀਂ। ਫਿਰ ਇਹ ਗਲਤ ਸਾਬਤ ਹੋਣਗੇ। ਉਹ ਜੀ ਮੈਂ ਅਲੀਮ ਸਾਹਿਬ ਇਹ ਕੋਈ ਮਤਲਬ ਆਮ ਗੱਲ ਹੈ ਕਿ ਜਿਹੜੀ ਕੁਰਾਨ ਚ ਕਹਿੰਦੀ ਹੈ, ਮਾਰੂਫ ਗੱਲ ਹੈ। ਅੱਲਾਹ ਕੁਰਾਨ ਔਰ ਰਸੂਲ ਦਾ ਫਰਮਾਨ ਜਿਹੜਾ ਹੈ ਇਹ ਬਾਕਾਇਦਾ ਹਦੀਸ ਹੈ ਬੁਖਾਰੀ ਚ। ਇਸ ਦੇ ਮੁਤਾਬਕ ਰਸੂਲ ਨਈਮ ਸਾਹਿਬ ਕੋਲ ਪੁੱਛੋ। ਨਈਮ ਸਾਹਿਬ ਇਹ ਦੱਸੋ ਤੁਸੀਂ ਹੁਣ ਇਮਾਨਦਾਰੀ ਦੇ ਨਾਲ ਸਿਰਫ ਤੁਸੀਂ ਇਹ ਮੈਂ ਪੁੱਛ ਰਿਹਾ ਨਈਮ ਸਾਹਿਬ ਕੋਲ। ਨਈਮ ਸਾਹਿਬ ਤੁਸੀਂ ਇਹ ਸਿਰਫ ਜਾਣਬੁੱਝ ਕੇ ਉਹਨਾਂ ਦਾ ਰੈਫਰੈਂਸ ਚੈੱਕ ਕਰਨ ਵਾਸਤੇ ਪੁੱਛ ਰਹੇ ਹੋ ਜਾਂ ਇਸ ਤਰਜਮੇ ਦੀ ਆਇਤ ਜਿਹੜੀ ਹੈ ਕੁਰਾਨ ਸ਼ਰੀਫ ਦੇ ਵਿੱਚ ਨਹੀਂ ਹੈ? ਨਈਮ ਇਮਾਨ ਸਾਹਿਬ, ਨਈਮ ਇਮਾਨ ਸਾਹਿਬ ਤੁਸੀਂ ਹੋ ਇੱਥੇ ਤੇ ਤੁਸੀਂ ਸਿਰਫ ਰੈਫਰੈਂਸ ਚੈੱਕ ਕਰ ਰਹੇ ਹੋ ਕਿ ਇਹਨਾਂ ਨੂੰ ਜਵਾਬ ਆਉਂਦਾ ਕਿ ਨਹੀਂ ਆਉਂਦਾ? ਨਈਮ ਸਾਹਿਬ ਮੈਂ ਇੱਥੇ ਹੀ ਹਾਂ, ਲੇਕਿਨ ਆਵਾਜ਼ ਤੁਹਾਡੀ ਬ੍ਰੇਕ ਹੋ ਗਈ ਹੈ। ਤੁਹਾਡੇ ਸਿਗਨਲ ਰੈਡ ਸਨ, ਤੁਹਾਡੇ ਸਿਗਨਲ ਰੈਡ ਨੇ। ਮੈਂ ਤੁਹਾਡੇ ਕੋਲ ਇਤਨੀ ਗੱਲ ਪੁੱਛੀ ਕਿ ਕਹਿ ਰਹੇ ਨੇ ਕਿ ਝੂਠੇ ਖੁਦਾ ਨੂੰ ਵੀ ਝੂਠਾ ਨਾ ਕਹੋ। ਇਹ ਗੱਲ ਕੁਰਾਨ 'ਚ ਆਇਤ ਪੇਸ਼ ਕਰ ਦਿਓ ਸਾਨੂੰ ਬਸ। ਮੈਂ ਹਾਂਜੀ ਸੂਰਤੁਲ ਅਨਆਮ ਦੀ 108। ਰੁਕ ਜਾਓ। ਅੱਛਾ ਨਈਮ ਸਾਹਿਬ, ਤੁਸੀਂ ਇਹ ਗੱਲ ਇਸ ਵਜ੍ਹਾ ਤੋਂ ਕਰ ਰਹੇ ਹੋ ਕਿ ਤੁਸੀਂ ਚੈੱਕ ਕਰ ਸਕੋਗੇ ਇਹਨਾਂ ਕੋਲ ਰੈਫਰੈਂਸ ਹੈ ਜਾਂ ਨਹੀਂ ਹੈ, ਜਾਂ ਤੁਹਾਨੂੰ ਲੱਗਦਾ ਕਿ ਇਸ ਤਰਜਮੇ ਵਾਲੀ ਆਇਤ ਕੁਰਾਨ ਸ਼ਰੀਫ ਦੇ ਵਿੱਚ ਮੌਜੂਦ ਨਹੀਂ? ਅਲੀਮ ਸਾਹਿਬ, ਤੁਹਾਡੇ ਕੋਲ ਅਗਰ ਬੁਖਾਰੀ ਹੈ ਤੇ ਬੁਖਾਰੀ ਦੀ ਹਦੀਸ ਜਿਹੜੀ ਹੈ 5973 ਵੀ ਦੇਖ ਲਓ ਕੱਢ ਕੇ। ਅੱਛਾ ਬੁਖਾਰੀ 5973 ਕੱਢੋ। ਜਿਹੜੀ ਆਇਤ ਦੀ ਗੱਲ ਕੀਤੀ ਨਾ, ਆਇਤ ਪੇਸ਼ ਕਰੋ ਫਿਰ ਉਹ ਵੀ ਵੇਖ ਲੈਂਦੇ ਆ। 108 ਸੂਰਤੁਲ ਨਾਮ। ਤਲਤ ਸਾਹਿਬ, ਨਹੀਂ ਸਾਹਿਬ ਆਵਾਜ਼ ਨਹੀਂ ਆ ਰਹੀ ਤੁਹਾਨੂੰ? ਆ ਰਹੀ ਹੈ ਤਲਤ ਸਾਹਿਬ। ਅੱਛਾ ਠੀਕ ਹੈ। ਨਈਮ ਸਾਹਿਬ ਦੇ ਸਿਗਨਲਸ ਰੈੱਡ ਨੇ, ਕੋਈ ਹੋਰ ਦੋਸਤ ਲੈਣੇ ਆ? ਪੱਪੂ ਸਾਹਿਬ ਥੱਲੇ ਮੌਜੂਦ ਨੇ। ਪੱਪੂ ਸਾਹਿਬ, ਨਈਮ ਸਾਹਿਬ ਦੇ ਸਿਗਨਲ ਜਿਹੜੇ ਨੇ ਉਹ ਘੱਟ ਨੇ, ਤੁਸੀਂ ਦੱਸੋ ਕਿ ਇਹ ਆਇਤ ਹੈ ਕੁਰਾਨ ਸ਼ਰੀਫ? अस्सलाम वालेकुम सर, ਆਮਰ ਭਾਈ ਜ਼ਾਦ ਭਾਈਆਂ ਨਾਲ ਉਹਨਾਂ ਦੇ ਨਾਲ ਮੇਰਾ ਇਤਫਾਕ ਹੁੰਦਾ ਹੈ। सर मैं ते एक हदीस का मफहूम बयान कराना है। 6220 मुस्लिम शरीफ की हदीस से अगर कहते तो तर्जमा मैं सुना देना, जड़ा खातमुन नबीन का दिफा कर दी है। पता चलता है कि आन हज़रत मोहम्मद तो बाद कोई और नबी नहीं आएगा। अगर कहते तो मैं दस देना। पप्पू भाई नवा मौजू ना खोलो, पप्पू भाई नवा मौजू ना खोलो, मेहरबानी थोड़ी। बस ठीक है जी, चलो नहीं कर दो। अच्छा जी, मैं दसता जी। लेकिन फिर ਉਹਦੇ ਤੇ ਮੈਂ ਜਿਹੜਾ ਕਰਨੀ ਸੀ ਸਵਾਲ ਜਵਾਬ ਮੈਂ ਕਰਨਾ ਸੀ। ਪੱਪੂ ਸਾਹਿਬ ਨਵਾਂ ਮੌਜੂ ਨਾ ਖੋਲੋ, ਤੁਹਾਡੀ ਬੜੀ ਮਿਹਰਬਾਨੀ। ਜਿਹੜਾ ਮੌਜੂ ਚੱਲ ਰਿਹਾ ਉਹਦਾ ਜਵਾਬ ਲੈ ਲੈਂਦੇ ਹੋ, ਸਾਨੂੰ ਮਿਹਰਬਾਨੀ ਕਰੋ। ਘਬਰਾ ਕੇ ਨੇ नहीं, मैं असल पहले आया उस ना, मैं सुन रहा था ना खातमा नबीन ते कर। अच्छा, वो मफहूम है जे कि साद इब्ने अबी वकास ने फरमाया सी एक हदीस दा मफहूम लम्मी जी, काफ़ी लम्मी हदीस है ते ओदे च ना गज़वा खैबर दे रसूल सल्लल्लाहु हज़रत अली रज़ी अल्लाह तआला अन्हु ने से लेके गए। ਉਹਨਾਂ ਨੇ ਯਾਰ ਅਲੀਮ ਭਾਈ, ਹੁਣ ਤੁਸੀਂ ਮਤਲਬ ਇਹ ਕਰਾਉਣਾ ਚਾਹ ਰਹੇ ਹੋ ਕਿ ਜਿਹੜਾ ਮੌਜੂ ਚੱਲ ਰਿਹਾ ਉਹਨੂੰ ਡਾਇਵਰਟ ਕਰ ਦਿੱਤਾ ਜਾਵੇ? ਤੁਹਾਡੇ ਬੰਦੇ ਨੇ ਕੁਰਾਨ ਦੀ ਆਇਤ ਤੇ ਕਿ ਝੂਠ ਬੋਲਿਆ, ਉਹਨੂੰ ਮਤਲਬ ਛੱਡ ਦਈਏ ਅਸੀਂ ਹੁਣ? अगर एक मौजू है फिर मैं म्यूट रखना, ਤੁਸੀਂ ਪਹਿਲੇ ਕਰ ਲਓ। ਅੱਛਾ ਪੱਪੂ ਸਾਹਿਬ, ਵੈਸੇ ਉਹ ਹਦੀਸ ਸਾਡੇ ਹੱਕ 'ਚ ਵੈਸੇ 622 जी जी ਮਿਹਰਬਾਨੀ ਕਰਕੇ ਕੁਰਾਨ ਦੀ ਆਇਤ ਪੇਸ਼ ਕਰ ਦਿਓ। 6220 ਮੁਸਲਮ ਦੀ ਹਦੀਸ ਹੈ, ਬਿਲਕੁਲ ਜੀ ਜੀ। ਹਾਂਜੀ
ਜੀ ਜੀ ਉਹਦੇ ਚ ਕਿਉਂਕਿ ਤੁਸੀਂ ਅਗਰ ਪੜ੍ਹ ਲਓ ਜੀ ਹਜ਼ਰਤ ਜੀ ਹਾਰੂਨ ਨੇ ਮੇਰੀ ਗੱਲ ਸੁਣੋ ਨਾ, ਜੀ ਜੀ ਉਹਨਾਂ ਨੇ ਕਿਹਾ ਕਿ ਪੱਪੂ ਸਾਹਿਬ ਤੁਹਾਨੂੰ ਸਮਝ ਨਹੀਂ ਆ ਰਹੀ, ਮੈਂ ਕੋਈ ਰਿਕੁਐਸਟ ਕਰ ਮੈਂ ਰਿਹਾ ਸਰ ਮੈਂ ਮਿਊਟ ਕਰਦਾ, ਠੀਕ ਹੈ ਸਰ, ਨਵਾਂ ਠੀਕ ਹੈ, ਤੁਸੀਂ ਖੋਲ ਕੇ ਆਪਣੇ ਬਹਿ ਗਏ ਹੋ ਮੌਜੂਦ ਯਾਰ। ਤੁਸੀਂ ਆਪਣੇ ਮੌਜੂਦ ਤੇ ਰਹੋ, ਠੀਕ ਹੈ, ਮੈਂ ਮਿਊਟ ਅੱਛਾ ਕਰਦਾ ਇੱਕ ਸਾਰਾ ਛੋਟੀ ਜੀ ਗੱਲ ਹੈ, ਹਜ਼ਰਤ ਹਾਰੂਨ ਅਲੈਹਿਸਲਾਮ ਜਿਹੜੇ ਨੇ ਨਾ ਉਹ ਹਜ਼ਰਤ ਮੂਸਾ ਅਲੈਹਿਸਲਾਮ ਦੇ ਜ਼ਮਾਨੇ ਦੇ ਦੌਰਾਨ ਹੀ ਨਬੀ ਬਣੇ ਸਨ, ਉਹਨਾਂ ਦੇ ਬਾਅਦ ਚ ਨਹੀਂ ਸੀ ਬਣੇ। ਤੇ ਉਸ ਹਿਸਾਬ ਨਾਲ ਤੁਸੀਂ ਸਮਝ ਜਾਓ ਕਿ ਲਾ ਨਬੀ ਬਾਦੀ ਦਾ ਕੀ ਮਤਲਬ ਹੈ। ਅਸਲੇ ਤੁਸੀਂ ਹਾਂ ਯਾਰ ਸਮਝ ਗਿਆ, ਤੁਸੀਂ ਕਰਦਾ ਵੀ ਸਮਝ ਗਿਆ, ਉਹ ਵੀ ਸਮਝ ਗਏ ਨੇ, ਤੁਹਾਡੀ ਬੜੀ ਮਿਹਰਬਾਨੀ। ਨਾਸਰ ਸਾਹਿਬ ਕੁਰਾਨ ਦੀ ਆਇਤ ਪੇਸ਼ ਕਰੋ। 1400 ਸਾਲ ਨਾਸਰ ਸਾਹਿਬ ਅਸੀਂ ਕੁਰਾਨ ਉਮਤ 1400 ਸਾਲ ਤੋਂ ਉਮਤ ਰੋਟੀ ਨੂੰ ਚੋਚੀ ਕਹਿ ਰਹੀ ਸੀ, 1400 ਸਾਲ ਬਾਅਦ ਇੱਕ ਸਿਆਣੀ ਕੌਮ ਆਈ ਹੈ ਜਿਹੜੀ ਹਰ ਹਦੀਸ ਦਾ ਮਫਹੂਮ ਕੱਢ ਰਹੀ ਹੈ ਯਾਰ, ਸੁਭਾਨ ਅੱਲਾਹ ਨਹੀਂ ਯਾਰ। ਮਫਹੂਮ ਨਹੀਂ, ਮਫਹੂਮ ਤਾਂ ਸਿੱਧਾ ਜੀ। ਸਿੱਧਾ ਲਿਖਿਆ ਉੱਥੇ। ਜੀ ਜੀ ਇਹਨਾਂ ਦੀ ਗੱਲ ਮੰਨ ਲਓ ਛੱਡ ਕੇ ਜਾ ਰਹੇ ਸਨ। ਹਾਂ ਤੇ ਉਹਨਾਂ ਨੇ ਕਿਹਾ ਸੀ ਮੇਰੇ ਬਾਅਦ ਕੋਈ ਨਬੀ ਨਹੀਂ ਆਏਗਾ, ਨਹੀਂ, ਤੂੰ ਨਹੀਂ ਨਹੀਂ, ਤੂੰ ਨਬੀ ਉਹਨਾਂ ਹੁੰਦਾ ਨੇ ਕਿਹਾ ਹੈ, जो मोहम्मद सल्लल्लाहु अलैहि वसल्लम फरमाया अली मेरे जो हज़रत अली सल्लल्लाहु अलैहि वसल्लम कोई क्या नहीं है, थी? लेकिन ईसा अलैहिस्सलाम ਨੂੰ इस्तिस्ना हासिल है वो ਅੱਛਾ ਯਾਰ ਅੱਛਾ ਅਗਰ ਤੁਹਾਡੀ ਮੰਨ ਲਈਏ ਉਹਨਾਂ ਨੂੰ ਇਸਤਸਨਾ ਨਹੀਂ ਹੈ, ਠੀਕ ਹੈ, ਲੇਕਿਨ ਮਿਰਜ਼ਾ ਅੱਛਾ, ਸਾਹਿਬ ਨੂੰ ਚਲੋ, ਕਿੱਥੋਂ ਪੱਪੂ मैं कह रहा हूं ਜੀ ਜੀ इस्तिस्ना दसो ना ਮੈਂ ਤੁਸੀਂ ਇੱਕ ਆਇਤ ਦਾ ਮਸਲਾ ਹੱਲ ਕਰ ਰਿਹਾ। ਮੈਂ ਕਹਿੰਦਾ ਮੈਂ ਤੁਹਾਡੀ ਮੰਨਦਾ ਉਹ ਪੱਪੂ ਸਾਹਿਬ ਜਦੋਂ ਤੈ ਭਰਾ ਪਿਆ ਮੈਨੇ ਕਿ ਜ਼ਬਾਨ ਨੂੰ ਬੰਦ ਕਰੋ, ਤੇ ਕਿਹੜੀ ਤੁਹਾਨੂੰ ਤਬਲੀਗ ਆ ਗਈ ਹੈ ਜੀ? ਇੱਕ ਮਿੰਟ, ਇੱਕ ਆਇਤ ਖੋਲੋ, ਇੱਕ ਭਾਈ ਮੈਂ ਥੱਲੇ ਲੈ ਰਿਹਾ, ਠੀਕ ਹੈ, ਜਜ਼ਾਕ ਅੱਲਾਹ, ਸੌਰੀ ਮਾਜ਼ਰ 6 ਨੰਬਰ ਆਇਤ। ਜਾ ਕੱਲਾ ਅੱਗੇ ਵੀ ਕਿਹਾ ਜ਼ਾਇਦ ਭਾਈ ਨੇ ਖਮੋਸ਼ ਹੋ ਜਾਓ, ਖਮੋਸ਼ ਹੋ ਜਾਓ। ਉਹ ਲੋ ਜੀ ਭਜਾਨ ਲੱਗੇ ਨੇ, ਉਹ ਭਜਾਨ ਲੱਗੇ ਨੇ। ਐਂਬੂਲੈਂਸ ਆ ਗਈ, ਅਕੀਦੇ ਦੀ ਗੱਲ ਆਂਦੀ ਹੈ ਨਾਲ ਹੀ ਭੱਜ ਜਾਂਦੇ ਹੋ। ਉਹ 500 ਯੂਰੋ ਨਾਮ ਤੁਹਾਨੂੰ ਲੱਭਣ ਲੱਗਾ, ਤੁਸੀਂ ਉਹ ਆਇਤ ਪੇਸ਼ ਕਰੋ। ਐਂਬੂਲੈਂਸ ਆ ਗਈ, ਐਂਬੂਲੈਂਸ ਅੱਛਾ ਆਇਤ ਪਿਆਂਦੇ ਹੋ, ਖੁਦਾ ਕਿਸੇ ਦੇ ਝੂਠੇ ਖੁਦਾ ਨੂੰ ਵੀ ਝੂਠਾ ਨਹੀਂ ਆਖਣਾ। ਸਲਾਮ ਤੇ ਇੰਜ ਹੀ ਹੈ ਦੁਨੀਆ ਦੇ ਖੇਡਾਂ ਨਹੀਂ ਇਸਲਾਮ ਨਜ਼ੀਰ ਸਾਹਿਬ 500 ਯੂਰੋ ਨਾਮ ਬੁਰਾ ਭਲਾ ਨਹੀਂ ਕਹਿਣਾ। ਅਮਰ ਨਜ਼ੀਰ ਸਾਹਿਬ, ਯੂਰੋ ਨਾਮ। ਅਮਰ ਨਜ਼ੀਰ ਸਾਹਿਬ, ਹਾਂਜੀ ਆਮਿਰ ਨਜ਼ੀਰ ਸਾਹਿਬ, ਤੁਹਾਡੇ ਵਾਸਤੇ ਸੂਰਾ ਹੈਗੀ ਹੈ, ਸੂਰਾ ਨੰਬਰ 6 ਦੀ ਆਇਤ 108। ਪੜੋ ਆਇਤ ਕੱਢੋ, ਇੱਥੇ ਲਾਓ ਸਾਹਮਣੇ। ਯਾਰ ਮੇਰੀ ਗੱਲ ਸੁਣੋ, ਤੁਸੀਂ ਜਿਹੜਾ ਨਾ ਆਪਣਾ ਦੇਖਿਆ ਉਹ ਦੇਖਿਆ ਨਜ਼ੀਰੀਆ ਫਿਰਕਾ ਆ ਗਿਆ, ਬਾਕੀ ਸਾਰੇ ਜਿਹੜੇ ਛੋਟੇ ਉਹਨਾਂ ਦੇ ਕੜਛੇ ਚਮਚੇ ਵੀ ਸਾਰੇ ਉੱਤੇ ਗਏ ਥੱਲੇ। ਫਿਰਕਾ ਨਜ਼ੀਰੀਆ ਆਪ ਹੀ ਉੱਤੇ ਆ ਗਿਆ, ਬਾਕੀ ਕੜਛੇ ਚਮਚੇ ਉਹਨਾਂ ਨੇ ਲਾਤੇ ਥੱਲੇ। ਓਏ ਦਫਾ ਜੋ ਫਿਰ ਜੇ ਕੋਈ ਬੰਦਾ ਅੱਗੂ ਬੋਲਿਆ ਤੇ ਫਿਰ ਕੀ ਹੋਵੇਦਾ? ਜੀ ਤਲਤ ਸਾਹਿਬ मैं बोलना ਤੁਹਾਡਾ ਹਾਂਜੀ यार मैं तो इन अकीदों को छोड़ कर आया हूँ। ये इतना क्या नाम है, अकीदा वो है ख़राब है कि इस अकीदे में जो मान रहे हैं इसी में उनका अपना जवाब मौजूद है कि मोहम्मद सल्लल्लाहु अलैहि वसल्लम के बाद कोई नबी नहीं है, और ख़ुद उसी जगह खलो के इंतज़ार कर रहे कि ईसा अलैहिस्सलाम ने आना है, और फिर आपस में आए बाएं शाएं चूंके चुनाचे मगर अगर लेकिन पहले पैदा हुए थे बाद में नबूवत वो आम, ये सारी तवीलें हैं। जब नबी कोई नहीं आएगा, आपको कोई नबी नहीं है। इनकी हदीस ये सुनाते हैं कि मैं आखिरी नबी हूँ, ला नबी आबादी, मेरे बाद कोई नबी नहीं, कोई तो कोई में से ईसा अलैहिस्सलाम को इस्तिस्ना है। ये खुद एक नबी का इंतज़ार कर रहे हैं और हमें कह रहे हैं मोहम्मद सल्लल्लाहु अलैहि वसल्लम आखिरी नबी हैं। पता नहीं क्या अकीदे हैं, क्या बताना चाहते हैं, मेरी समझ से बालातर है इनका अकीदा। ये ईमान वालों के लिए बहुत बड़ी दलील है कि जो लोग नबी का इनकार कर रहे हैं वही नबी का इंतज़ार कर रहे हैं। इससे बड़ी दलील तो हमारे पास है ही नहीं है, और इनके खिलाफ कोई दलील है ही नहीं है कि जो नबूवत का इनकार कर रहे हैं कि मोहम्मद सल्लल्लाहु अलैहि वसल्लम आखिरी नबी हैं, उनके बाद नबी कोई नहीं है, वही नबी का इंतज़ार कर रहे हैं। अजूबा है या नहीं है? इनके पूरे का पूरा अकीदा अजूबा। आप ईमानदारी से इनके अकीदों पर गौर करें। ये अकीदा ऐसा है, जिस दिन हिंदुओं के खुदा ने बोलना शुरू कर दिया तो इनके नबी आसमान से आ जाएंगे। जब तक हिंदुओं के खुदा नहीं बोलेंगे, मेरा चैलेंज है कि इनका नबी आसमान पर ना है ना आएगा। ईसा अलैहिस्सलाम एक इंसान रसूल नबी थे, फौत हो गए सब नबियों की तरह। जज़ाकल्लाह जी, मेरा टाइम पूरा हो गया। ਜੀ ਅਮਨ ਨਜ਼ੀਰ ਸਾਹਿਬ ਮਾਈਕ ਖੋਲੋ ਜਨਾਬ। ਅੱਛਾ ਸ਼ੋਅ ਲੱਗੇ ਆ, ਮੈਨੂੰ ਨਹੀਂ ਪਤਾ। और नासर साहब ने कोई आयत पढ़ी है 500 यूरो इनाम लभना है, इन्होंने आखो आयत पेश कर दियो 500 यूरो नाम लै लो। जे अल्लाह के नबी ने झूठिया झूठा नहीं सी आखना तो अल्लाह के नबी की बेइज्जत का फायदा की, मकसद की है? इस्लाम तो दुनिया का अमन का काम ही को नहीं। फिर जे झूठे झूठा नहीं आखना
ਤੇ ਕਾਹਦੇ ਲਈ ਇਸਲਾਮ ਆਇਆ ਤੇ ਕਾਹਦੇ ਲਈ ਪੈਗੰਬਰ ਇਸਲਾਮ ਇਸ ਦੁਨੀਆ ਤੇ ਆਏ ਨੇ? ਕੈਸੀ ਜਹਾਲਤ ਵਾਲੀ ਗੱਲ ਹੈ। ਜਾਓ ਉਹ ਐਤ ਪੇਸ਼ ਕਰ ਦਿਓ ਜਿਹੜੀ ਪਿਆਂਦੇ ਹੋ, 500 ਯੂਰੋ ਨਾਮ ਲੱਭੇਗਾ। ਬਾਕੀ ਰਹੀ ਗੱਲ ਤਲਤ ਸਾਹਿਬ ਦੀ, ਤਲਤ ਸਾਹਿਬ ਦੀ ਗੱਲ ਦਾ ਜਵਾਬ ਦੇਵਾਂਗੇ ਜਿਸ ਵੇਲੇ 1 to 1 ਗੱਲ ਹੋਵੇ ਦੀ। ਇਸ ਅਕੀਦੇ 'ਚ ਜਿਹੜਾ ਪਿਆਂਦੇ ਨੇ ਅਜੂਬਾ, ਇਸ ਅਜੂਬੇ ਦੇ ਉੱਤੇ 14 ਸਦੀਆਂ ਤੋਂ ਉਮਤ ਕਾਇਮ ਹੈ, ਕਿਸੇ ਨੂੰ ਅਜੂਬਾ ਨਹੀਂ ਲੱਗਾ। ਖੁਦ ਤੁਹਾਡੇ ਮਿਰਜ਼ਾ ਸਾਹਿਬ ਅੱਡੀਆਂ ਚੁੱਕ ਚੁੱਕ ਕੇ ਦਲੀਲਾਂ ਦਿੰਦੇ ਰਹੇ ਨੇ 1891 ਤੋਂ ਲੈ ਕੇ 1901 ਤੱਕ। ओ मुसलमानों की ज़ुर्रियत कहलाने वालों, ओ भाई ये नबूवत बंद हो गई है, ओ भाई ये रसालत बंद हो गई है। बाद च फिर ਜਿਹੜਾ ਅਜੂਬਾ ਤੁਸੀਂ ਵਹਾਇਆ ਇਹਦਾ ਕੀ ਕਰਨਾ ਹੈ? ਇਹ ਕਤਨ ਅਜੂਬਾ ਨਹੀਂ ਹੈ ਜਿਸ ਵਹੀ ਵਾਲੀ ਪਾਕ ਜ਼ੁਬਾਨ ਨੇ ਸਾਨੂੰ ਇਹ ਦੱਸਿਆ ਨਾ ਖਾਤਮਨ ਨਬੀਨ ਲਾ ਨਬੀ ਆਬਾਦੀ, ਉਸੇ ਵਹੀ ਵਾਲੀ ਪਾਕ ਜ਼ੁਬਾਨ ने ਸਾਨੂੰ ਇਹ ਖਬਰ ਦਿੱਤੀ है, मुझे कसम है उस ज़ात की जिसके कब्ज़े कुदरत में मेरी जान है, क़यामत से पहले ईसा इब्न मरियम तुम में नाजिल होंगे। सानू तो ये तजाद कोई नहीं नज़र आंदा, तुसां नबी कट के बनाना सी, तुहानू तजाद दस्सण लग पिया। अल्लाह तुहानू हदायत दे, ये ड्रामे जिन्हें तुसीं करदे हो सिर्फ अपने उस नबी नू सच्चा साबित करने वास्ते करदे हो, वो नहीं हो सकना। हाँ जी, अस्सलाम वालेकुम। वैसे तो मेरे तो सवाल ही थे जिनके मैं जवाब मांग रहा था, लेकिन मैं अलीम साहब आपको ये रिक्वेस्ट करूँगा कि अगर प्रोग्राम को बेहतर तरीके से चलाने का तरीका ये है मेरे हिसाब से, और आप इसका मुझे बता सकते हैं कि आप उससे एग्री करते हैं कि नहीं, कि एक बंदा जब आके सवाल करता है उसी प्रोग्राम में उसको जवाब दे दिया जाता है, तो फिर उसी दौरान वो दोबारा उसी सवाल को रिपीट करे। इसका इससे सारा प्रोग्राम जो है ना वो फिर एक एक लूप में चलता रहता है, एक ही बार रिपीट होती जाती है, कोई ऐसे प्रोग्राम का कोई फ़ायदा नहीं। ठीक है साहब, आपको नई बात नया सवाल रख दें, आपको मना। हाँ जी, मेरा सवाल यही है कि मेरा अपना ख्याल ये है कि अगर उस एक सवाल का जवाब मिल गया है तो दोबारा अगर वो सवाल हो तो आप इंटरजेक्ट करके कह दिया करें कि इसका जवाब हो गया है, और फिर दोबारा उस सवाल को अलाउ ना किया करें। हुसैनी साहब ने इसका जवाब दिया है कि दो तरह की मुख्तलिफ राह आती हैं, एक आपका मौक़िफ़ है, एक इससे दूसरा मौक़िफ़ है। तो मैं दोनों की बात सुनता हूँ, तो कोशिश करता हूँ कि दोनों की बातें जब मौक़िफ़ आ गए तो दोबारा, हाँ जी, मौक़िफ़ आ गए तो बात ख़त्म हो गई। अब अगर उसके बाद दोबारा से उसी मौक़िफ़ को रिपीट करना, फिर दोबारा से सवाल करना, उसी तरह का सवाल करना, वो उस लूप से ना कोशिश किया करेंगे प्रोग्राम इसमें ना, इस लूप में ना फंस जाए। बहरहाल दूसरी 30 सेकंड है, करें बात। हाँ जी, इससे प्रोग्राम भी इम्प्रूव होगा, मेरा जो ज़ाती ख्याल है। दूसरा ये है कि ये जो है ना ला नबी बादी की जो तशरीह कर रहे हैं, उसके मुकाबले में एक आयत है, उसको मुझे समझा दें। आयत सूरा नंबर 61 की आयत नंबर 6 है, जिसमें हज़रत ईसा अलैहिस्सलाम ने कहा था कि मेरे बाद एक रसूल आएगा जिसका नाम अहमद होगा। तो इसमें बता दें कि बादी का क्या। जी शुक्रिया अलीम साहब, बसद एहतराम जो है वो आपके सामने एक सवाल रखा था, मुखातिब आपको किया था और बड़े प्यार से सवाल किया था। अफसोस के साथ कहना पड़ रहा है कि जवाब देने वालों ने सवाल सुनना तक मुनासिब नहीं समझा। इतनी जल्दी होती है आपके लोगों को जवाब देने की, और वो कहते हैं ना गलों लाण दी, वो गले से उतारने की इतनी जल्दी होती है कि सवाल तक नहीं सुनना गवारा करते कि अगले बंदे का सवाल क्या है, या वो सवाल करना क्या चाह रहा था, या सवाल का मकसद क्या था। इतनी जल्दी चढ़ी होती है जवाब देने की कि कहते हैं कि बस टांगे तो पैर रख ले ऐसी। बहरहाल दूसरी बात यह है कि कुरान करीम की एक आयत सवाल के जवाब में पेश करके दामन झाड़ने की कोशिश की गई, और कुरान करीम की उस आयत के साथ भी खिलवाड़ किया गया। ठीक है, और जो अल्फाज उस कुरान करीम की आयत की तरफ मंसूब किए गए हैं वो 500 यूरो का इनाम आमिर भाई ने रख दिया कि जो अल्फाज आपने कुरान की तरफ मंसूब किए हैं वो कुरान से निकाल के दिखा दें, हम आपको 500 यूरो देंगे। इसलिए कहते हैं कि तत्ती खा ते मुँह सड़ाओ, इतनी गर्म नहीं खानी चाहिए कि बंदा मुँह ही जला बैठे। जब तक समझ ना आए
तब तक सवाल का जवाब नहीं देना चाहिए। 2 बार सुन लें, 3 बार सुन लें, कम से कम सवाल सुन लें ताकि आपको समझ आए कि आपने सवाल हुआ कि आपसे जवाब क्या देना है आपने। इतने बड़े मुबल्लग बनने की कोशिश ना करें कि आप अगले का सवाल सुने बगैर ही आगे से जवाब जड़ दें उसको। तो ये मेहरबानी करें, इससे गुफ्तगू जो है वो ना रब से चलेगी ना किसी को समझ आएगी। तो ये मेरी दरख्वास्त थी कि अपने ये काले मुबल्लिगीन जो है ना, इनको थोड़ा सा ये गाइड कर लें कि मेहरबानी करा करो, ब्रेक ਤੇ ਪੈਰ ਰੱਖਿਆ ਕਰੋ। ਤੁਹਾਨੂੰ ਬਹੁਤੀ ਤਬਲੀਗ ਐਡੀ ਸਪੀਡ ਨਾਲ ਆਈ ਹੁੰਦੀ ਹੈ ਤੇ ਥੋੜੀ ਦੇਰ ਜਿਹੜਾ ਨਾ ਹੌਸਲਾ ਕਰ ਲਿਆ ਕਰੋ, ਕੋਈ ਘੁੱਟ ਛੁੱਟ ਲਿਆ ਕਰੋ ਸਾਹ ਆਪਣਾ। ਮਿਹਰਬਾਨੀ ਤੁਹਾਡੀ। अस्सलाम वालेकुम रहमतुल्लाहि व बरकातहू। टाइम शार्ट है, इसमें कवर करना है। देखें, बात है अलीम साहब, आपको मुखातब कर रहा हूँ। देखें, मैं काम पे होता हूँ तो काम पे हम लोग तो ज़ाहिर हवाला वो एकदम से आयत नहीं निकलती। मैंने इन्हें यही कहा था कि खुदा ताला ने कुरान में ये बात कही है कि किसी के झूठे खुदा को भी झूठा ना कहो, कि वो जवाब में आपके सच्चे खुदा को झूठा कहेगा। तो सूरत आपके पास अगर है तो आप लगा दें, सूरत अल अनाम की आयत नंबर 108 हमारी होगी और 107 इनकी होगी है। 107 8 नंबर आयत है, उसका तर्जमा देख लें अगर ना मिला तो। बात ये है कि ये लोग अपने पैरों पे खड़े नहीं हो सकते। ये देखते हैं मिर्जा साहब ने ये लिख दिया, इन्होंने जो आपके ऊपर सवाल कर रहे थे, हमें पता है जो इन्होंने सवाल करने हैं। 120-30 साल हो गए हमको जवाब देते हुए। इन्होंने कोई नया सवाल तो नहीं है जो ये लेके आए बड़े आज बन के। इनके जो बड़े अबाव अजदाद थे, ये सब सवाल वो कर चुके हैं। बात यह है कि इन सब के जवाब इनको दे चुके हैं, लेकिन इन लोगों की आदत हो गई है सवालों पे सवाल करना। मैंने इन्हें कहा कि आप लोग, मिर्जा साहब ने ईसा अलैहिस्सलाम को कह दिया तो उन्होंने लिख दिया, तो ये आपको समझाने के लिए आए थे कि आपने इसकी मजामत की है तो आप मिर्जा साहब की मजामत क्यों नहीं करते। ये लोग आपको ये बातें समझा रहे हैं। जिसके जवाब में मैंने इन्हें कहा कि मिर्जा साहब को छोड़ो, खुदा की बात करो कि जब अल्लाह ने कुरान में ये कहा है कि किसी के झूठे को भी झूठा ना कहो, जवाब में वो तुम्हारे सच्चे को कहेगा, तो उसकी जिम्मेदारी उस आदमी पे है जो वो करवा रहा है। मैं तो आज भी यही बात कहता हूं कि जो भी गुस्ताखी होती है, यही अल्लाह के रसूल ने बताया कि गुफ्तगू करने के आदाब सीखो पहले, कि आदाब क्या हैं, कैसे किससे बात करनी है, क्या तरीकाकार है, अल्लाह ने बताया है, वो सीखो। मिर्जा साहब से निकलो। बात यह है कि इनके ऊपर जब वजन आए ना, ये अपनी टांगों पे वजन नहीं डाल सकते। मुझे पता है, अभी हुसैनी साहब की बरात में वो शार्प शूटर साहब थे, उनसे जब मैंने कहा कि यही खातमुन नबीन ला नबी आबादी की, मैंने कहा तर्जमा तुम अपनी मर्जी का कर लो, लेकिन बात यह है कि उस पर ठहरना फिर 2 मिनट। मैंने इनके बड़े बड़ों को देखा है कि वो उसमें 5 मिनट नहीं ठहर सकते, ये अपने तर्जमे पे। नहीं मान साहब माइक खोल लो। ਇਹ ਮੈਂ ਖੋਲ ਲਿਆ। ਅਲੀਮ ਸਾਹਿਬ ਦੇਖੋ, ਜ਼ਾਦ ਬਾਈ ਦਾ ਸਵਾਲ ਸੀ ਤੁਹਾਡੇ ਕਿ ਕਿਸੇ ਬੰਦੇ ਸਵਾਲ ਦੀ ਸਮਝ ਹੀ ਨਹੀਂ ਆਈ ਕਿ ਉਹ ਜਵਾਬ ਦੇਵੇ। ਸਵਾਲ ਇਹ ਸੀ ਕਿ ਮਿਰਜ਼ਾ ਸਾਹਿਬ ਨੇ ਜਿਹੜਾ ਅਸੂਲ ਬਿਆਨ ਕੀਤਾ, ਜੋ ਉਹਨਾਂ ਦਾ ਅਮਲ ਸੀ, ਲਾਜ਼ਮੀ ਨਹੀਂ ਹੁੰਦੇ ਹਰ ਗੱਲ ਮੂੰਹ ਚੁੱਕਿਆ ਕਿ ਹੁਕਮ ਦਿੱਤੀ ਜੁਲੇ, ਅਮਲ ਤੋਂ ਵੀ ਚੀਜ਼ ਸਾਬਤ ਹੁੰਦੀ ਹੈ। ਮਿਰਜ਼ਾ ਸਾਹਿਬ ਉੱਥੇ ਲਿਖ ਰਹੇ ਸੀ ਕਿ ਮੈਂ ਜੋ ਕੁਝ ਇਲਜ਼ਾਮੀ ਜਵਾਬ ਦਿੱਤਾ ਉਹ ਮੈਂ ਯਹੂਦੀਆਂ ਦੀਆਂ ਤਹਰੀਰਾਂ ਨਕਲ ਕੀਤੀਆਂ ਨੇ, ਯਹੂਦੀਆਂ ਦੇ ਕੋਲ ਨਕਲ ਕੀਤੇ ਨੇ। ਯਹੂਦੀ ਸੀ ਈਸਾ ਅਲੈਹਿਸਲਾਮ ਦੇ ਮੁਖਾਲਫ, ਇਸ ਮਿਰਜ਼ਾ ਸਾਹਿਬ ਜਵਾਬ ਦੇ ਰਹੇ ਸੀ ਈਸਾ ਅਲੈਹਿਸਲਾਮ ਦੇ ਮੁਤਬਈਨ ਨੂੰ, ਈਸਾਈਆਂ ਨੂੰ। ਜਵਾਬ ਵਿੱਚ ਕਹੇ ਸੀ ਈਸਾ ਅਲੈਹਿਸਲਾਮ ਦੇ ਮੁਖਾਲਫੀਨ ਦੀਆਂ ਤਹਰੀਰਾਂ। ਇਹ ਹੀ ਕੰਮ ਸਲੀਮ ਮੀਰ ਤੇ ਇਮਰਾਨ ਕਾਲੂ ਕਰ ਰਹੇ ਸੀ। ਉਹ ਜਵਾਬ ਵਿੱਚ ਪੇਸ਼ ਕਰ ਰਹੇ ਸੀ ਨਬੀ ਕਰੀਮ ਅਲੈਹਿਸਲਾਮ ਦੇ ਮੁਖਾਲਫੀਨ ਦੀ ਤਹਰੀਰ। ਇਹਨਾਂ ਤੇ ਤੁਸੀਂ ਮਜ਼ਮਤ ਕਰਦੇ ਹੋ ਤਾਂ ਮਿਰਜ਼ਾ ਸਾਹਿਬ ਦੀ ਕਿਉਂ ਨਹੀਂ ਕਰਦੇ ਹੋ, ਜਿਨ੍ਹਾਂ ਇਹ ਅਸੂਲ ਬਿਆਨ ਕੀਤਾ, ਜਿਨ੍ਹਾਂ ਇਹ ਤਾਲੀਮ ਦਿੱਤੀ ਹੈ। ਉਹ ਤੁਸੀਂ ਉਸ ਪਾਸੇ ਜਾਂਦੇ ਨਹੀਂ ਹੋ ਕਿ ਇਹ ਗੱਲ ਹੋਈ ਹੈ। ਮਿਰਜ਼ਾ ਸਾਹਿਬ ਵੀ ਉਹੀ ਕੰਮ ਕੀਤਾ ਹੈ। ਉਹਨਾਂ ਈਸਾਈਆਂ ਨੂੰ ਜਵਾਬ ਦੇਣ ਤੇ ਯਹੂਦੀਆਂ ਦੇ ਇਤਰਾਜ਼ ਨਕਲ ਕੀਤੇ ਨੇ, ਇਹਨਾਂ ਮੁਸਲਮਾਨਾਂ ਜਵਾਬ ਦੇਣ ਤੇ ਹਿੰਦੂਆਂ ਦੇ ਇਤਰਾਜ਼ ਨਕਲ ਕਰਨੇ ਸ਼ੁਰੂ ਕਰ ਦਿੱਤੇ ਨੇ। ਮੈਂ ਅਰਜ਼ ਕੀਤੀ ਕਿ ਮਿਰਜ਼ਾ ਸਾਹਿਬ ਨੇ, ਮੇਰੀ ਗੱਲ ਪੂਰੀ ਹੋਣ ਦੇਣਾ ਬਈ, ਤੁਸੀਂ ਤਹਰੀਰ ਪੜ੍ਹ ਲਓ। ਖੁਦ ਮਿਰਜ਼ਾ ਸਾਹਿਬ ਦਾ ਆਪਣਾ ਕੌਲ ਮੌਜੂਦ ਹੈ ਕਿ ਮੈਂ ਇਲਜ਼ਾਮੀ ਜਵਾਬ ਜਿਹੜੇ ਦਿੱਤੇ ਨੇ ਉਹ ਯਹੂਦੀਆਂ ਦੇ ਕੋਲ ਨਕਲ ਕੀਤੇ ਨੇ, ਉਹ ਇਤਰਾਜ਼ ਨਕਲ ਕੀਤੇ ਨੇ। ਜਲਦ ਵੀ ਸਫਾ 332 ਹੈ ਰੂਹਾਨੀ ਖਜ਼ਾਨ ਦਾ, ਜਾ ਕੇ ਖੋਲ ਕੇ ਪੜ੍ਹੋ, ਪਿੱਛੇ ਜੋ ਮਰਜ਼ੀ ਸਿਆਕੋ ਸਵਾਬ ਪੜ੍ਹ ਕੇ ਆਓ। ਇਹ ਉਸਦਾ ਨਤੀਜਾ ਲਿਖਿਆ ਹੈ, ਸਿਆਕੋ ਸਵਾਬ ਸਾਰਾ ਦਾ ਨਤੀਜਾ ਕਰਕੇ ਲਿਖਿਆ। ਹਾਂ, ਸਮਝ ਗਏ ਗੱਲ। ਮੇਰਾ ਤਾਂ ਜ਼ਾਦ ਬਾਈ ਦਾ ਸਵਾਲ ਇਹ ਸੀ ਕਿ ਇਹ ਲੋਕ ਪੜ੍ਹਨ ਰਾਜਪਾਲ ਦੀ ਕਿਤਾਬ ਤੇ ਉਹ ਕਾਬਲੇ ਮਜ਼ਮਤ ਹੈ। ਮਿਰਜ਼ਾ ਸਾਹਿਬ ਈਸਾ ਅਲੈਹਿਸਲਾਮ ਦੇ ਮੁਖਾਲਫੀਨ ਦੇ ਕੋਲ ਸਾਈਆਂ ਕੇ ਉਹਨਾਂ ਦੇ ਮੁਤਬਈਨ ਅਗੇ ਪੇਸ਼ ਕਰਨ ਤੋਂ ਜਾਇਜ਼ ਹੈ। ਇਹ ਤਾਂ ਜੋ ਮੇਰਾ ਸਵਾਲ ਸੀ, ਇਹਦਾ ਜਵਾਬ ਤੁਸੀਂ ਦੇਣਾ ਹੈ, ਜਿੰਨਾ ਉਹਨਾਂ ਬਣਿਆ ਦੇਣਾ ਹੈ, ਜਿੰਨਾ ਕੱਲ੍ਹ। अस्सलाम वालेकुम रहमतुल्लाह। सब तो पहले तो मैं कहूँगा हज़रत मसीह मौऊद अलैहिस्सलाम ने यही फरमाया कि वो पेशवा हमारा जिससे है नूर सारा, नाम उसका है मोहम्मद, दिलबर मेरा यही है।
ਨਜ਼ੀਰੀਆ ਫਿਰਕਾ ਜਿਹੜੇ ਵੀ ਜਿੰਨੇ ਵੀ ਇੱਥੇ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਨੇ, ਤੇ ਲੇਕਿਨ ਇਹਨਾਂ ਦੀ ਗੱਲਾਂ ਦੇ ਵਿੱਚ ਅੱਜ ਤੱਕ ਕੋਈ ਮੁਸਲਮਾਨਾਂ ਵਾਲੀ ਮੈਂ ਗੱਲ ਨਹੀਂ ਸੁਣੀ ਇਹਨਾਂ ਦੇ ਮੂੰਹ ਚੋਂ। ਲਿਹਾਜ਼ਾ ਇਹਨਾਂ ਦਾ ਕੰਮ ਹੈ ਕਿ ਕੋਈ ਨਾ ਕੋਈ ਇਤਰਾਜ਼ ਚੁੱਕ ਕੇ ਲਿਆਉਣਾ ਔਰ ਇੱਥੇ ਆ ਕੇ ਬਲੇਮ ਕਰਨਾ ਔਰ ਆਪਣੇ ਆਪ ਨੂੰ ਸਮਝਣਾ ਕਿ ਇਹਨਾਂ ਤੋਂ ਵੱਡਾ ਮੁਹੰਮਦ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਵੱਡਾ ਪਿਆਰ ਜਾਂ ਜ਼ਿਆਦਾ ਪਿਆਰ ਇਹਨਾਂ ਦੇ ਦਿਲ 'ਚ ਕਿਸੇ 'ਚ ਨਹੀਂ ਹੈਗਾ। ਇਹਨਾਂ ਨੂੰ ਤੇ ਇਹਨਾਂ ਦੇ ਪਿਆਰ ਹੀ ਇਹਨਾਂ ਨੇ ਸਿਰਫ ਨਾਮ ਦਾ ਪਿਆਰ ਲਿਆ ਹੋਇਆ ਹੈ ਕਿ ਸਾਨੂੰ ਜੀ ਹੁਰਮਤ ਤੇ ਫਲਾਣ। ਇਹਨਾਂ ਦੇ ਅੰਦਰ ਇੰਨੀ ਗਲਾਜ਼ਤ ਹੈਗੀ ਹੈ ਲੋਕਾਂ ਦੇ ਅੰਦਰ ਕਿ ਇਹਨਾਂ ਨੂੰ ਜੇ ਟਟੋਲਿਆ ਜਾਏ ਤੇ ਇਹ ਤੇ ਬਿਲਕੁਲ ਇਹ ਤੇ ਜਿਹੜੇ ਇੱਥੇ ਦੇ ਕਾਫਰ ਹੈਗੇ ਨਾ, ਜਿਹੜੇ ਕਾਫਰਾਂ ਦੇ ਮੁਲਕਾਂ 'ਚ ਲੋਕੀ ਬੈਠੇ ਨੇ, ਉਹਨਾਂ ਤੋਂ ਹੀ ਬੱਤਰ ਨੇ ਇਹ ਮੁਸਲਮਾਨ। ਤੇ ਇੱਥੇ ਆ ਕੇ ਭਾਸ਼ਣ ਦੇਣ ਦੇ ਹੁੰਦੇ ਨੇ ਕਿ ਸਾਡੀ ਜੀ ਇੰਜ ਹੋ ਗਿਆ ਫਲਾਣ। ਕੋਈ ਵੀ ਅਹਿਮਦੀ, ਕੋਈ ਵੀ ਜਿਹੜਾ ਅਹਿਮਦੀ ਜਿਹਨੇ ਕਬੂਲ ਕੀਤੀ ਹੈ ਉਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਉਹਦੀ ਜਾਨ, ਉਹਦਾ ਮਾਲ, ਉਹਦੀ ਹਰ ਸ਼ੈ ਕੁਰਬਾਨ ਹੈ। ਹਜ਼ਰਤ ਮਸੀਹ ਮੌਦ ਅਲੈਹਿਸਸਲਾਤੁ ਵਸਸਲਾਮ ਨੇ ਵੀ ਹਮੇਸ਼ਾ ਇਹੀ ਫਰਮਾਇਆ ਵੇ ਕਿ ਉਹਨਾਂ ਨੂੰ ਅਸੀਂ ਫਾਲੋ ਕੀਤਾ ਹੈ। ਐਸੇ ਲਈ ਉਹਨਾਂ ਨੂੰ ਕੀਤਾ ਹੈ ਕਿ ਉਹਨਾਂ ਨੇ ਇਹੀ ਕਿਹਾ, वो पेशवा हमारा जिससे है नूर सारा, नाम उसका है मोहम्मद, दिल भर मेरा यही है। ਤੇ ਬਾਕੀ ਇਹ ਜਿਹੜੇ ਕਿਸੇ ਨੂੰ ਮਜ਼ਾਕ ਲੱਗਦਾ, ਕਿਉਂਕਿ ਇਹ 3 4 5 7 ਬੰਦਿਆਂ ਦਾ ਇੱਕ ਗਰੁੱਪ ਹੈ, ਨਜ਼ੀਰੀਅਤ ਗਰੁੱਪ ਜਿਹਦਾ ਨਾਮ ਹੈ, ਤੇ ਇਹਨਾਂ ਦਾ ਕੰਮ ਹੈ ਕਿ ਸਿਰਫ ਇੱਕ ਦੂਸਰੇ ਦੇ ਉੱਤੇ ਗੰਦ ਇਹਨਾਂ ਦੇ ਉੱਤੇ ਜਿੰਨਾ ਪੈਂਦਾ ਹੈ, ਜਿੰਨਾ ਝੂਠ ਬੋਲ ਕੇ ਲੋਕਾਂ ਨੂੰ ਇਹ ਜ਼ਾਹਿਰ ਕਰੋ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨਾਲ ਨਾਉਜ਼ੁ ਬਿੱਲਾ ਇਹਨਾਂ ਦਾ ਕੋਈ ਅਮਲ ਦਖਲ ਨਹੀਂ ਹੈ। ਇਹ ਉੱਤੋਂ ਕਹਿੰਦੇ ਨੇ, ਲੇਕਿਨ ਇਹਨਾਂ ਨੇ ਸਾਡੇ ਦਿਲ ਨਹੀਂ ਚੀਰੇ ਹੋਏ, ਕਿਉਂਕਿ ਇਹਨਾਂ ਦੇ ਕੋਲ ਸਿਵਾਏ ਝੂਠ दजल फरेब दे कुछ नहीं हैगा। अस्सलाम वालेकुम रहमतुल्लाह। सबसे पहले मैं अपनी बात करूंगा कि जो कोई भी नबी करीम सल्लल्लाहु अलैहि वसल्लम की शान में गुस्ताखी करता है किसी की भी इबारत पढ़ के या किताब पढ़ के, वो बड़ी एक गुनाह कबीरा का मुर्तकिब है मेरे नज़दीक इस्लामी पॉइंट ऑफ व्यू के मुताबिक। और वो जो कोई उसकी सपोर्ट करता है वो भी बराबर का शरीक है उसमें, उसकी हम मजम्मत करते हैं मसीही होने के नाते से। दूसरी बात, जितने भी अंबिया इकराम इस्लामी रवायात के मुताबिक 1,24,000 आए हैं और मसीही रवायात के मुताबिक तकरीबन 1,44,000 आए हैं। जितने अंबिया आए सारे अपना टाइम पूरा करके उनने वफात की, और उनकी नबूवत जो है वो हम दोबारा से नहीं कह सकते कि वो नबी दोबारा से आना है, वही नबी आ सकता है जो ज़िंदा होगा। और जनाब मसीह की ये हकीकत है, मसीहत के अकायद के मुताबिक और हमारे इस्लामी भाइयों और इस्लामी अकायद के मुताबिक वो ज़िंदा हैं और वो वापस आएंगे, उसका इंतज़ार कर रहे हैं। दूसरी बात एक और मैं आप दोस्तों के गोशगुजार करूँगा कि जनाब ग़ुलाम अहमद कादियानी अपनी हयात के दौरान अपनी उम्र का तकरीबन 50% से ज़ायद जो हिस्सा था उनका, वो उन्होंने उसी अकीदे पे बसर किया है जो आज जो अक्सरियत है मुसलमान भाइयों की, जिस पे वो गामजन हैं, और तो वही था। उसके बाद उनने जब अपनी नबूवत का ऐलान किया है तो उसके बाद से जनाब अली आपके अकायद जो है वो चेंज हो गए। इसमें थोड़ा सा जो है ना वो क्या कहना चाहिए कि मुनफरद है, और ये एक तालीम नहीं है, इसमें चेंज आ गए हैं। या तो आप उनकी उसी तालीम पे रहें और उसको चेंज नहीं करें, तो एक तो प्रचार वो कर गए जनाब ईसा ने आना है, और उनकी तारीफ भी उन्होंने अपनी तहरीरों में बयान की, और बाद में जनाब अली सारा कुछ चेंज हो गया। ये कुछ थोड़ा समझ में नहीं आने वाला। बाकी थैंक यू वेरी मच, आपने मुझे मौका दिया कि मैं इधर बोल सकूं। आई वाज जस्ट गोना लिसन यू गाइस, थैंक यू, हैव अ ग्रेट डे। बहुत शुक्रिया जनाब, बहुत शुक्रिया। हाँ जी तलत साहब। अलीम साहब, ਅਲੀਮ ਭਾਈ ਸ਼ੋਅ ਹੀ ਲਾਓ ਦੁਬਾਰਾ। ਅਲੀਮ ਸਾਹਿਬ ਆਇਤ ਲਾਓ। ਨਹੀਂ ਆਇਤ ਲਾਓ, ਮੇਰੀ ਤੇ ਇਹਨਾਂ ਦੀ ਗੱਲ ਕਰਾਓ। ਇਹ ਜਿਹੜੇ ਮੁਹੰਮਦ ਸਾਹਿਬ ਨੇ ਕਿ ਕਿਹੜੇ ਨੇ, ਮੇਰੀ ਤੇ ਇਹਨਾਂ ਦੀ ਗੱਲ ਕਰਾਓ। ਆਇਤ ਕੱਢੋ ਕੁਰਾਨ ਦੀ, ਲਾਓ ਥੱਲੇ ਲਾ ਦਿਓ ਨਾ, ਦੋ ਬੰਦਿਆਂ ਨੂੰ ਗੱਲ ਕਰਨ ਦਿਓ। ਹਾਂ ਸਾਨੂੰ ਦੋਵਾਂ ਨੂੰ ਕਰ 1 to 1 ਕਰਾ ਦਿਓ, ਸਾਡੀ ਦੋਵਾਂ ਦੀ 1 to 1। ਸ਼ੋਅ ਲਾ ਦਿਓ ਦੋ ਦਾ, ਸਾਨੂੰ ਥੱਲੇ ਲਾ ਦਿਓ ਸਭ ਨੂੰ। ਕਿਹਦਾ ਸ਼ੋਅ ਲਾਉਣਾ ਹੈ, ਕੌਣ ਗੱਲ ਕਰਨਾ ਚਾਹ ਰਹੇ? ਜ਼ਾਹਿਦ ਸਾਹਿਬ ਤੇ ਨਾਸਰ ਸਾਹਿਬ। ਮੇਰੇ ਨਾਲ ਗੱਲ ਕਰਾ ਦਿਓ ਨਾਸਰ ਸਾਹਿਬ। 2 ਮਿੰਟ ਦਾ ਸ਼ੋਅ ਚਲਾ ਦਿਓ ਨਾ ਦੋ ਬੰਦਿਆਂ ਦੇ, ਬਾਕੀ ਸਭ ਨੂੰ ਥੱਲੇ। ਇੱਥੇ ਡਰਾਮਾ ਨਹੀਂ ਲੱਗਾ ਦਾ, ਸ਼ੋਅ ਚਲਾ ਦਿਓ। ਇੱਥੇ ਭੰਡ ਆ ਗਏ ਹੋ ਤੁਸੀਂ, गल करनी है मैं उन्होंने शो चला दियो। एक मिनट हौसला कर जाएं, एक मिनट प्यारे भाई हौसला कर जाएं। जमात अहमदिया का मौक़िफ़ ये है जो कुरान की आयत में थोड़े मेरे अहमदी भाई, एक मिनट, थोड़े अहमदी भाई ने थोड़ी सी उनसे गलती हुई है। किसी के झूठे खुदा को झूठा मत कहो, ये नहीं है। किसी के झूठे खुदा को बुरा भला मत कहो, उधर कुरान में ये लिखा है। गाली मत दो, तसुब्बुल्लज़ीना वला तसुब्बुल गाली और बुरा भला में क्या होता है?
आमिर साहब को मैं अभी क्या बताऊं, जी, मेरे तो मुंह में बात तो आई है लेकिन मैं नहीं करता हूँ। कम अज कम जी लान दो इन्होंने लाओ जी मेरी गल का अलीम साहब इनसे बात करवाएं मेरी किससे करना चाहते हैं बात नासर साहब? जिन्हों ने रखा है इथे मैं इन्होंने तलत गल करना साहब चाहता गल करांगे, तलत साहब गल देखना करांगे। बाकी फालतू दोस्त एक साथ थोड़ी तले वेट करन, तलत साहब ਤੁਹਾਡੀ ਗੱਲ ਕਰਾਂਗੇ, ਫੈਸਿਲਿਟੇਟ ਕਰ ਦੇਣਾ ਜੀ। ਤਲਤ ਸਾਹਿਬ ਕਰਾਓ ਗੱਲ जी जी प्यारे भाई, जी कौन ये कौन मोहम्मद बात करना चाहते हैं? ये मोहम्मद साहब जो मैं है तलत साहब मैं बात कर रहा हूँ नासिर साहब से। जी 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 करें। अलीम भाई अगर आपके पास कुरान है, देखें एक एक आप पहले कर एक लें। बंदा बात करे, उसकी बात मुकम्मल हो जाए। नासिर साहब एक मिनट रुको। तलत साहब टाइम ਤੁਸੀਂ ਟਾਈਮ ਸਟਾਪ ਵਾਚ ਲਾ ਲਓ ਜਾਂ ਸ਼ੋ ਲਾਣਾ ਹੈ, ਸ਼ੋ ਲਾ ਲਓ, ਜਿਸ ਤਰ੍ਹਾਂ ਵੀ ਲਾਣਾ ਹੈ। ਟਾਈਮ ਬਰਾਬਰ ਬਰਾਬਰ ਦੇਣਾ ਦੋਨਾਂ ਨੂੰ। जी ਅਸੀਂ कोई बच्चे थोड़े ही हैं, ਤੁਸੀਂ ਗੱਲ ਕਰਕੇ ਮੈਨੂੰ ਦੱਸ ਦੇਣਾ ਮੇਰੀ ਗੱਲ ਹੋ ਗਈ ਤੇ ये मैं बहुत उससे अच्छी जवाब ही बात बोलूंगा। की आपने, अगर दोनों भाई एक दूसरे का एहतराम कोई करें मसला और नहीं, ਤੁਸੀਂ ਆਪਣੀ ਗੱਲ ਕਰੋ, ਤੁਸੀਂ ਕਿਹਾ ਕਿ ਮੇਰੀ ਗੱਲ ਕੰਪਲੀਟ ਹੋ ਗਈ ਤੇ ਮੈਂ ਤੁਹਾਨੂੰ ਜਵਾਬ ਦੇ ਦਿਆਂਗਾ। ਅਸੀਂ ਕੋਈ ਬੱਚੇ ਤੇ ਨਹੀਂ ਹੈਗੇ ਤੇ ਸ਼ੋਅ ਲਾ ਦਈਏ ਤੇ ਡਰਾਮਾ ਲਾ ਦਈਏ, ਕੋਈ ਮਸਲਾ ਨਹੀਂ। ਤੁਸੀਂ ਗੱਲ ਕਰੋ, ਮੈਨੂੰ ਦੱਸਿਆ ਜੇ ਤੇ ਤੁਹਾਡੀ ਗੱਲ ਹੋ ਗਈ ਤੇ ਮੈਂ ਤੁਹਾਨੂੰ ਜਵਾਬ ਦਿਆਂਗਾ। ਠੀਕ ਹੈ, जज़ाकल्लाह। ਠੀਕ ਹੈ ਜੀ, ਬੜੀ ਮਿਹਰਬਾਨੀ। ਅੱਛਾ ਜੀ ਨਾਸਿਰ ਸਾਹਿਬ, ਮੈਂ ਸਵਾਲ ਕੀਤਾ ਸੀ ਅਲੀਮ ਸਾਹਿਬ ਕੋਲੋਂ, ਹੁਣ ਉਹ ਸਵਾਲ ਮੈਂ ਤੁਹਾਡੇ ਕੋਲੋਂ ਕਰ ਲੈਣਾ। ਚਲੋ ਤੁਹਾਡੇ ਨਾਲ ਮੇਰੀ ਹੁਣ ਗੱਲ ਹੋਣੀ ਹੈ। ਅੱਛਾ ਸਵਾਲ ਇਹ ਵੇ, ਮਿਰਜ਼ਾ ਸਾਹਿਬ ਲਿਖਦੇ ਨੇ ਰੂਹਾਨੀ ਖਜ਼ਾਇਨ ਦੀ ਜਿਲਦ 20 ਸਫਾ ਨੰਬਰ ਹੈ 332। ਮਿਰਜ਼ਾ ਸਾਹਿਬ ਕਹਿੰਦੇ ਨੇ کہ عیسائی اپنا حضرت عیسیٰ ابن مریم علیہ السلام کی شان کے خلاف، یعنی کہ ਉਹਨਾਂ ਦੀ ਸ਼ਾਨ ਦੇ ਖਿਲਾਫ ਜਿਹੜੇ ਅਲਫਾਜ਼ ਨੇ ਜਿਹੜੇ ਲਿਖੇ ਗਏ ਨੇ ਸਾਡੇ ਕਲਮ ਤੋਂ, ਉਹ ਅਲਫਾਜ਼ ਸਾਰੇ ਅਸੀਂ ਯਹੂਦੀਆਂ ਦੇ ਇਤਰਾਜ਼ਾਤ ਨਕਲ ਕੀਤੇ ਨੇ। ਮਤਲਬ ਯਹੂਦੀਆਂ ਨੇ ਜਿਹੜੇ ਹਜ਼ਰਤ ਈਸਾ ਇਬਨ ਮਰੀਮ ਅਲੈਹ ਇਸਲਾਮ ਤੇ ਇਤਰਾਜ਼ ਕੀਤੇ ਸਨ ਤੇ ਉਹ ਅਸੀਂ ਸਾਰੇ ਨਕਲ ਕੀਤੇ ਨੇ ਯਹੂਦੀਆਂ ਦੇ ਇਤਰਾਜ਼। ਠੀਕ ਹੈ, ਤੇ ਜਵਾਬ ਕਿਹਨੂੰ ਦੇ ਰਹੇ ਨੇ? ਈਸਾਈਆਂ ਨੂੰ। ਹੁਣ ਸਾਡੀ ਨਜ਼ਰ 'ਚ ਇਹ ਇੱਕ ਨਬੀ ਦੀ ਤੋਹੀਨ ਹੈ ਕਿ ਤੁਸੀਂ ਹਜ਼ਰਤ ਈਸਾ ਇਬਨ ਮਰੀਮ ਅਲੈਹ ਇਸਲਾਮ ਨੂੰ ਅਗਰ ਨਬੀ ਮੰਨਦੇ ਹੋ ਤੇ ਫਿਰ ਯਹੂਦੀ ਜਿਹੜੇ ਉਹਨਾਂ ਤੇ ਇਤਰਾਜ਼ ਕਰਦੇ ਸਨ, ਜਿਹੜੇ ਉਹਨਾਂ ਦੇ ਮੁਖਾਲਫ ਸਨ, ਤੇ ਉਹ ਬੜੇ ਗੰਦੇ ਤੇ ਗਲੀਜ਼ ਇਲਜ਼ਾਮ ਲਾਉਂਦੇ ਸਨ ਹਜ਼ਰਤ ਈਸਾ ਇਬਨ ਮਰੀਮ ਅਲੈਹ ਇਸਲਾਮ ਤੇ। ਮਿਰਜ਼ਾ ਸਾਹਿਬ ਨੇ ਚੁੱਕ ਕੇ ਯਹੂਦੀਆਂ ਦੇ ਇਤਰਾਜ਼ ਹਜ਼ਰਤ ਈਸਾ ਇਬਨ ਮਰੀਮ ਅਲੈਹ ਇਸਲਾਮ ਦੇ ਤੇ ਜਿਹੜੇ ਨੇ ਲਾਏ ਨੇ, ਯਹੂਦੀਆਂ ਕੋਲੋਂ ਲੈ ਕੇ ਨਕਲ ਕੀਤੇ ਨੇ ਆਪਣੀਆਂ ਕਿਤਾਬਾਂ 'ਚ, ਤੇ ਮਿਰਜ਼ਾ ਸਾਹਿਬ ਨੇ ਇਹਦਾ ਇਕਰਾਰ ਕੀਤਾ। ਠੀਕ ਹੈ ਜੀ, ਉਹੀ ਕੰਮ ਤੁਹਾਡੀ ਜਮਾਤ ਦੇ ਬੰਦਿਆਂ ਉੱਥੇ ਬਹਿ ਕੇ ਆਪਣੀ ਬਰਾੜ ਤੇ ਕੀਤਾ ਹੈ ਕਿ ਹਿੰਦੂਆਂ ਦੇ ਉਹ ਇਤਰਾਜ਼ ਜਿਹੜੇ ਉਹਨਾਂ ਨੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਤੇ ਲਾਏ ਨੇ, ਜੋ ਉਹਨਾਂ ਨੇ ਖਰਾਫਾਤ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ 'ਚ ਜਿਹੜਾ ਸ਼ਾਨ ਦੇ ਖਿਲਾਫ ਲਿਖੀ ਹੈ, ਉਹ ਉਹਨਾਂ ਨੇ ਆਪਣੀ ਬਰਾੜ ਤੇ ਬਹਿ ਕੇ ਕਿਤਾਬਾਂ ਖੋਲ ਕੇ ਲੋਕਾਂ ਨੂੰ ਸੁਣਾਈ ਹੈ। ਠੀਕ ਹੈ ਜੀ, ਹੁਣ ਅਸੀਂ ਇਹ ਕਹਿੰਦੇ ਹਾਂ ਕਿ ਉਹਨਾਂ ਨੇ ਉਹੀ ਕੰਮ ਕੀਤਾ ਹੈ ਜਿਹੜਾ ਮਿਰਜ਼ਾ ਸਾਹਿਬ ਨੇ ਉਹਨਾਂ ਨੂੰ ਤਾਲੀਮ ਦਿੱਤੀ ਹੈ। ਉਹੀ ਕੰਮ ਮਿਰਜ਼ਾ ਸਾਹਿਬ ਨੇ ਕੀਤਾ ਹੈ, ਉਹੀ ਕੰਮ ਸਲੀਮ ਮੀਰ ਨੇ ਤੇ ਇਮਰਾਨ ਕਾਲੂ ਨੇ ਕੀਤਾ। ਠੀਕ ਹੈ ਜੀ, ਤੇ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਉਹਦੀ ਤਰਦੀਦ ਕਰਦਾ ਜਾਂ ਕੰਡੈਮ ਕਰਦਾ ਉਹਨੂੰ, ਉਹ ਗਲਤ ਕਰ ਰਿਹਾ, ਮਿਰਜ਼ਾ ਸਾਹਿਬ ਦੇ ਖਿਲਾਫ ਜਾ ਰਿਹਾ। ਲਓ ਜੀ ਹੁਣ ਦਿਓ ਜਵਾਬ। जी नासिर भाई अब आप बात करें। ठीक होगी। देखें जी, मोहम्मद, थोड़ा नाम मेरे ख्याल मोहम्मद ही लिखा जाए थे। मोहम्मद भाई, बात ये है कि मैं पहले दिन से ही जब ये बात मैंने सुनी है, मेरा मौक़िफ़ ये है, मैं बिल्कुल ये बात नहीं कर रहा कि मैं अस्तगफिरुल्लाह नौज़ुबिल्लाह ये कहूँ कि कोई भी आदमी आता है। वो बात अलग है कि हमें आपको कितनी मोहब्बत है या नहीं है, इसको दिखाने की कोई ज़रूरत नहीं है। बात ये है कि मेरा एक उसूली मौक़िफ़ है, मैं उसके ऊपर बात करता हूँ कि हम में इंसानियत हमको सिखाने वाला अल्लाह ताला है और अल्लाह का रसूल है, जिसने ये इस्लाम का आया ही दुनिया में इंसानियत सिखाने के लिए। और हमें सबसे पहले गाइडलाइंस जो है वो कुरान और हदीस से देखनी चाहिए कि क्या है इस मामले में। ठीक है कि नहीं? मैंने आपसे कहा था आयत, वो ये आयत उन्होंने सामने लगा दी है, आप इसमें पढ़ें कि खुदा ताला यही फरमा रहा है कि आप किसी के भी झूठा जो है, जो पकाता है अल्लाह के सिवा अल्लाह है, जो मानते हैं, जो कुछ भी है, मत उसको झूठा कहो, क्योंकि वो उसके बदले में तुम्हारे सच्चों को झूठा कहेगा कि जिसकी तुमको तकलीफ होगी बाद में। तो मसला ये था, वो भी अभी पढ़ लेंगे, आयत भी पढ़ के बताते हैं आपको अगली टर्म में। बात ये थी कि अल्लाह और रसूल, अल्लाह को तो पता है कि दुनिया में कैसे इंसान आएंगे, क्या कुछ होगा, क्या मुसीबत खाना जो आज हो रहा है, ये पता था अल्लाह को। इसलिए सबसे पहले हमें अल्लाह की हदायत सीखनी चाहिए कि बात करने का तरीकाकार क्या होगा।
وہ طریقے ہم کو اللہ نے سکھائے. اور اس کے بعد رسول اللہ صلی اللہ علیہ وسلم نے بخاری کی حدیث نمبر ہے 5973، اس میں بھی اللہ کے رسول نے بھی یہ کہا ہے کہ کتنے وہ بدبخت لوگ ہوتے ہیں جو اپنے ماں باپ کو گالی نکلواتے ہیں. یا رسول اللہ، وہ کون ہے جو اپنے ماں باپ کو گالی نکالتے ہیں؟ وہ ہیں جو دوسروں کے ماں باپ کو گالی دیتے ہیں. اس کے جواب میں اگر کوئی اس کے ماں باپ کو گالی دیتا ہے تو وہ گالی وہ نکلوانے والے خود ہوتے ہیں ذمہ دار اس کے. اگر ان اصولوں پہ عمل کیا جائے تو میرے خیال سے کوئی بھی بدمزگی کچھ بھی نہیں ہو سکتی. بات عقیدے کی ہے، عقیدے پہ بات کیا جائے، کسی کے بھی ذاتیات میں جانے کی ضرورت نہیں ہے. میرا یہ موقف ہے. رہی بات آپ کی کہ مرزا صاحب نے لکھا یا نہ لکھا، اس کا میں آپ کو جواب دیتا ہوں. آپ جو بات کرتے ہیں کہ مرزا صاحب نے عیسیٰ علیہ السلام کی بہت توہین کر دی، یہ کر دیا، مجھے یہ بتائیں کہ جب کسی کو کوئی آدمی نیچا دکھائے یا جس کی توہین کرے تو کیا وہ اپنے آپ کو اس کا مثیل ٹھہرا سکتا ہے؟ آپ کو بھی اس چیز کا اندازہ ہونا چاہیے کہ حضرت مسیح موعود علیہ السلام کا دعویٰ ہی مثیل عیسیٰ ہونے کا ہے. یہ کیسے ہو سکتا ہے کہ وہ ان کی توہین کر کے خود کو وہی بنائیں؟ کوئی بھی آدمی کسی کی توہین یا کسی کو برا بھلا کہے تو وہ خود وہ بننا چاہتا ہے، اس کا مثیل بننا چاہتا ہے. میرے بھائی ایسی بات نہیں ہے. آپ سوچیں، الزامی جوابوں میں وہ دیے جاتے ہیں لیکن اس کی ذمہ دار وہ ہوتے ہیں جو وہ اس کو مجبور کرتے ہیں اس کے بعد کے آنے کے اوپر. ہر آدمی کو احتیاط کرنی چاہیے کہ وہ جب بات کرے تو وہ اس حد تک نہ جائے کہ دوسرا کوئی آدمی پھر اس کے اکابرین پہ بات کرے تو اس کو تکلیف ہو. میرا یہ موقف ہے. ٹھیک ہے، میری بات پوری ہوگی، اب آپ اپنی بات کریں. جی جی محمد بڑی صاحب. مہربانی، بڑی مہربانی ناصر صاحب. دیکھیں میں سوال آپ سے کچھ پوچھ رہا ہوں اور آپ جواب کچھ دے رہے ہیں. بہرحال وہ میرا خیال ہے کہ آپ کے پاس جواب ہے نہیں، تو یہی مجبوری ہے آپ کی کہ آپ نے جواب وہ دینا ہے جو میں پوچھ ہی نہیں رہا. میرا سوال آپ سے یہ ہے کہ مرزا غلام احمد قادیانی صاحب کہتے ہیں کہ میں نے جو بھی حضرت عیسیٰ ابن مریم علیہ السلام کی شان کے خلاف، یعنی کہ ان کی توہین میں جو بھی الفاظ میں نے نقل کیے ہیں، سارے یہودیوں کے اعتراضات میں نے نقل کیے ہیں. ٹھیک ہے، میرا سوال آپ سے یہ تھا. اور قرآن کریم کی آیت آپ نے 10 بار ریفرنس دیا ہے، 10 کی 10 بار طلعت صاحب کے سمجھانے کے باوجود آپ نے اس قرآن کریم کی آیت کو جو ہے وہ غلط معنی پیش کیے ہیں. جتنی بار بھی آپ نے قرآن کریم کی اس آیت کو جو بطور ریفرنس پیش کیا، آپ نے اس کے معنی غلط کیے ہیں. سامنے لگا ہوا ترجمہ دیکھنے کے باوجود آپ نے قرآن کریم کی اس آیت کے معنی غلط کیے ہیں. بہرحال وہ آپ کی ثواب دید ہے. میرا سوال آپ سے یہ تھا کہ جو کام آپ کی جماعت کے لوگوں نے رسول اللہ صلی اللہ علیہ وآلہ وسلم کی شان کے خلاف لکھی گئی کتاب پڑھ کے کیا ہے، اس کی تعلیم مرزا غلام احمد قادیانی صاحب نے ان کو دی ہے. خود مرزا صاحب کا اقرار موجود ہے. مرزا آپ کہہ رہے ہیں جی وہ کیسے کر سکتے ہیں، وہ خود ان کا وہی ہونے کا دعویٰ ہے. محترم مرزا صاحب کے لکھے ہوئے الفاظ آپ کو بتا رہا ہوں. مرزا صاحب نے لکھا ہوا ہے روحانی خزائن جلد 20 صفحہ 332، بار آپ کو بتایا، نکال کے دیکھ لیں. میں بار بار آپ سے جو سوال کر رہا ہوں مجھے آپ اس کا جواب نہیں دے رہے. آپ کس منہ سے کنڈیم کر رہے ہیں جو مرزا صاحب، اس کا مطلب ہے آپ مرزا صاحب کی تعلیمات کے خلاف جا رہے ہیں. مرزا صاحب آپ کو یہ تعلیم دے رہے ہیں کہ الزامی جواب جو ہے وہ کسی نبی کی توہین کر کے دیا جا سکتا ہے، جیسا کہ مرزا صاحب نے حضرت عیسیٰ ابن مریم علیہ السلام کے بارے میں جو الزامی جواب دیا وہی آپ کے جواب جو ہے وہ جماعت کے لوگوں نے دیا. میرا سوال کچھ ہے، آپ جواب کچھ اور دے رہے ہیں. اب میرے سوال کا جواب دیجیے گا کہ مرزا صاحب نے جو آپ کو تعلیم دی آپ اس کے خلاف کیوں جا رہے ہیں؟ جی ناصر بھائی. جی محمد بھائی، آپ یہ بات نہ کریں. تھوڑی دیر پہلے بھی میری براڈ پہ بات ہوئی تھی دوسرے آدمی سے، تو وہ بھی جب گئی کہ 3 ہے تو اس میں زبر نہیں ہے، تو خاتم النبیین نہیں ہے، تو اوپر نہیں ہے نیچے نہیں ہے. اچھا ابھی میں نے قرآن نکال لیا ہے، تو آپ یہ جو آیت ہے اس کا مطلب جو ہے میں پڑھ دیتا ہوں آپ کو. اگر کہیں کہ اور اوپر سے پہلی آیت کا بھی ہے، دیکھیں وہ کہیں اور اگر اللہ چاہتا تو وہ شرک نہ کرتے اور ہم نے تجھے ان پر محافظ نہیں مقرر کیا اور نہ تو ان پر نگران ہے، اور تم انہیں جنہیں وہ اللہ کے سوا دعاؤں میں پکارتے ہیں گالیاں نہ دو، نہیں تو وہ دشمن ہو کر جہالت کی وجہ سے اللہ کو گالیاں دیں گے. اس طرح ہم نے ہر قوم کے لیے اس کے عمل کو خوبصورت کر کے دکھائے ہیں، پھر انہیں اپنے رب کی طرف لوٹ کر جانا ہے جس پر وہ ان سے
इन जिस पर वो इन्हें इसकी खबर देगा जो वो करते थे। मैंने आपसे क्या बात की थी कि जो उसका तर्जुमा कुरान में नहीं है, मुझे बताएं इस आयत से। तर्जमे पे आ जाते हैं, इसकी तफसीर में नहीं जाते। इसकी तर्जमे में क्या बात है? यही है कि तुम उनको गालियां मत दो कि वो जो अल्लाह के सिवा जिनको पुकारते हैं, नहीं तो वो बदले में तुम्हारे सच्चे खुदा को गालियां देंगे। यही बात मैं कर रहा हूं, आप कह रहे हैं कि वो नहीं है, ये है, वो है। और यही बात मैं आपको, आप कह रहे हैं मिर्जा साहब की बातों का जवाब नहीं दे रहा। मैं अब देखें, आप तासब की आंख को उतारें मोहम्मद भाई। मिर्जा साहब ने इस कुरान की आयत के मुताबिक ही उनको जवाब दिया है। आप सुनना चाहते हैं तो अभी गौर से सुने कि जब ईसाई रसूल अल्लाह सल्लल्लाहु अलैहि वसल्लम की तौहीन करके उनको आगे पीछे बातें करते थे, तो कुरान के इस हुक्म के मुताबिक ही हजरत मसीह मौऊद अलैहिस्सलाम ने उनको जवाब दिया है। उसके जिम्मेदार वो लोग थे उस वक्त जिनको जो वो करते थे। यही कह रहा है कुरान और यही हदीस भी है। मैंने कहा मेरे पास हदीस की किताब मौजूद नहीं है, कोई लगा सकता है तो लगा दे। बुखारी 5973, अल्लाह का रसूल भी यही बात फरमा रहा है कि किसी के काबर के ऊपर, किसी के बड़ों के ऊपर मत बातें करो, माँ बाप के ऊपर किसी के। अगर बदले में वो जवाब देगा तो फिर तकलीफ ना हो तुम्हें, क्योंकि वो तुम खुद करवाने वाले हो। आप कह रहे हैं कि मैं उस वक्त से जवाब दे रहा हूं, मुझे समझ नहीं आ रही कि मैं उर्दू बोल रहा हूं या मैं कोई इंग्लिश बोल रहा हूं। मोहम्मद भाई, मैं कह रहा हूं कि हजरत मसीह मौऊद अलैहिस्सलाम ने जो भी बात की है कुरान की इस आयत के मुताबिक की है। हम रसूल अल्लाह सल्लल्लाहु अलैहि वसल्लम को मानते थे, उसके जवाब में जब वो अखीर कर गए थे, वो इस तरह का उनका अकीदा था, वो करते थे, तो इसके मुताबिक उन्होंने जवाब दिया है उनको। और मैं इसको कुरान की इसके मुताबिक बिल्कुल ठीक समझता हूं किसी को जवाब देना। हर आदमी को एहतियात करनी चाहिए। वो बात जब करता है तो उसको हद तक रहना चाहिए, उसे पता होना चाहिए कि आगे क्या होगा उसका अंजाम। जज़ाकल्लाह नासिर भाई, आपका मौक़िफ़ आ गया। जी मोहम्मद साहब। तौहीन करने से, और मिर्ज़ा साहब जो है सर्टिफिकेट दे रहे हैं तौहीन करने का और आप कह रहे हैं मिर्ज़ा साहब ने इस आयत के मुताबिक जवाब दिया। तो नासिर साहब, मेरा ख्याल है आपने पहले तो आपने ये कम अज़ कम अपनी इस्लाह कर ली है कि जो 10 बार आपने रट्टा लगाया ना झूठ का, उन अल्फाज से आपने रुजू कर लिया। आयत में अल्फाज झूठ बोलने के नहीं है, गाली देने के हैं कि किसी के उस माबूद को गाली ना दो जिसकी वो इबादत करता है। ठीक है, तो इससे आपने कम अज़ कम रुजू कर लिया है कि वो आप गलत नज़रिया पेश कर रहे थे। यहाँ पे बात झूठ की नहीं थी, यहाँ पे बात गाली देने की थी, वरना कुरान करीम में झूठे के ऊपर अल्लाह ताला ने खुद लानत डाली हुई है। ठीक है, तो उससे आपने रुजू कर लिया, आपकी बड़ी मेहरबानी। अब मोहतरम, आप जिस हदीस की बात कर रहे हैं उसके ऊपर बाद में बात करेंगे, वो भी मैंने पढ़ी हुई है, उसमें भी ऐसी कोई बात नहीं है जो आप बयान करने की कोशिश कर रहे हैं। वहाँ पे भी रसूलुल्लाह सल्लल्लाहु अलैहि वसल्लम ने कहीं पे ये सर्टिफिकेट नहीं दिया कि अगर कोई शातमियत कर रहा है तो उसके जवाब में जो है वो आप सर्टिफिकेट ले लें कि उसकी शातमियत करनी है और उसका जिम्मेदार वो होगा। बिल्कुल गलत इंटरप्रिटेशन कर रहे हैं आप उस हदीस की भी, बहरहाल जैसे इसने आपने इस कुरान की इस आयत की है। तो मेरे मोहतरम, 2 बंदे कंडेम कर रहे थे आपकी जमात के, तलत साहब, अलीम साहब। ठीक है, और मैं अभी भी वही बात दोहरा रहा हूँ कि इन दोनों ने मिर्ज़ा ग़ुलाम अहमद कादियानी साहब की तालीमात के बिल्कुल ख़िलाफ़ जाके उस बात की जो है वो तरदीद की है। इनको नहीं करनी चाहिए थी। उन्होंने ऐन मिर्ज़ा ग़ुलाम अहमद कादियानी साहब के अमल के मुताबिक काम किया था, कालू ने और सलीम मीर ने। तो ये तो आप इनसे पूछे कि इन्होंने क्यों मिर्ज़ा साहब। आप हर वही बात वापस रिपीट कर रहे हैं, कोई नई बात करें। दूसरा, मैं आपको सिर्फ एक छोटी सी बात करूंगा। यहाँ पर बहुत मशहूर एक बात है कि नकले कुफर ना बाशत, ये मिर्ज़ा साहब ने जो उनकी किताबों से बयान किया, इसका ये जवाब आपको, नकले कुफर ना बाशत। आगे आपकी मर्जी, आप जो मर्जी समझे। जज़ाकल्लाह जी, बड़ी मेहरबानी। अच्छा, मैं तो तल साहब, मैं तो वो जो आपके बंदे थे जिन्होंने किया था, ये काम किया था, उन्होंने मिर्ज़ा साहब की सुन्नत के ऐन मुताबिक किया था। आप कह रहे हैं, बार बार दोहरा रहा हूँ, तो मैं तो सवाल समझाने की कोशिश कर रहा हूँ नासिर साहब को, क्योंकि नासिर साहब अपनी टर्न में सवाल का जवाब नहीं देते। नासिर साहब इधर उधर निकल जाते हैं और कुरान करीम की आयत कुछ कह रही है, नासिर साहब उस जो है वो उसके बिल्कुल 90 डिग्री मुखालिफ जाके जवाब दे रहे हैं। हदीस का जिसका इन्होंने रेफरेंस दिया उसकी भी 90 डिग्री मुखालिफ जाके इन्होंने जवाब दिया। तो मैं तो उनको समझाने की कोशिश कर रहा हूँ नासिर साहब को
کہ برائے مہربانی قرآن کریم کی آیت کے بھی آپ مخالف جا رہے ہیں، قرآن کریم کی آیت منع کر رہی ہے، آپ اس کام کرنے کا سرٹیفکیٹ دے رہے ہیں اسی قرآن کریم کی آیت کو بنیاد بنا کے، تو اپنی اصلاح کر لیں. میں تو یہ کہہ رہا ہوں ناصر صاحب سے. جی ناصر صاحب. محمد بھائی بات یہ ہے کہ آپ کو میں دیکھیں، یہ سننے والا کوئی آدمی اگر کسی کے دل میں کوئی بات پڑ جائے یا کچھ ہے، میرا کام ہے بات کرنا. آپ دیکھیں اگر آپ کے دل میں کوئی ہردرمی ہے تو میں اسے آپ کو سمجھا نہیں سکتا، وہ تو آپ کی مرضی ہے. آپ نے ابھی مجھے پہ پھر یہ بات کی ہے کہ آپ قرآن سی کی جو بات تھی اس میں تو قرآن میں اللہ منع کر رہا ہے کہ ایسی بات نہ کریں. یہی بات ہے کہ حضرت مسیح موعود علیہ الصلوۃ والسلام نے ایک جگہ لکھا ہے کہ یہ جو امت مسلمہ والے لوگ ہیں ابھی قرآن پڑھتے تو ہیں لیکن ان کے گلے سے قرآن نیچے نہیں اترتا. مسئلہ صرف اتنا ہے کہ آپ پڑھتے تو ہیں قرآن لیکن آپ کے گلے سے نیچے نہیں اتر رہا، یہ مسئلہ ہے. دیکھیں اس میں اللہ تعالیٰ یہ فرما رہا ہے اور تم انہیں جنہیں وہ اللہ کے سوا پکارتے ہیں گالیاں نہ دو. آپ کہتے ہیں کہ اس میں وہ اللہ کہہ رہا ہے کہ نہ دو، تو آگے کیا کہہ رہا ہے؟ آگے کیا کہہ رہا ہے؟ نہیں تو وہ دشمن ہو کر جہالت کی وجہ سے تمہیں گالیاں دیں گے. مطلب کیا ہوا اس آیت کا؟ اگر اس کا مفہوم قرآن تو سمندر ہے، اس کا ترجمہ دیکھیں کہ اگر آپ اس کو کہ اس میں منع کر رہا ہے، منع نہیں کر رہا ہے کہ اگر کوئی جواب دے گا تو پھر آپ کو تکلیف نہیں ہونی چاہیے، ادھر مت جائیں. میں یہ بات کر رہا ہوں کہ میں یہ نہیں کہہ رہا کہ گالی دینی چاہیے، میں یہ کہہ رہا ہوں کہ اللہ اور اللہ کا رسول یہی کہہ رہا ہے، اس کا قاعدہ اور کلیہ یہ فرما رہا ہے کہ کسی کے ماں باپ، کسی کے اکابر کے اوپر ذاتیات پہ بات نہیں ہونی چاہیے. محمد صاحب آج تک میں آپ کو ایک بتاؤں، دین کی جو ہسٹری ہے اس کے اوپر بھی کسی آدمی کے ذات کے اوپر آج تک کبھی کوئی بات نہیں ہوئی جو عقل مند لوگ ہوتے ہیں. یہ ہم نے آج ہی سنا ہے کہ صرف حضرت مسیح موعود علیہ الصلوۃ والسلام کے اوپر جتنا گند اچھالا جاتا ہے ذاتیات پہ بات ہوتی ہے. بات ہمیشہ عقائد کے اوپر ہوتی ہے کہ کیا ہمارا جو عقیدہ ہے وہ غلط ہے، اس کو سچا ثابت کرنا یا غلط ثابت کرنا. آج تک کسی آدمی کے ان کا جو دعویٰ ہے وہ دعوے کو دیکھا جائے گا. یہ ایک نئی دنیا میں بات ہے کہ جتنی غلاظت اور جتنا گند ہے اس کے بغیر کوئی چیز ہی نہیں ہے. ابھی آپ مانے یا نہ مانے، دیکھیں ہم بھی اس سوسائٹی کا حصہ ہیں پاکستان، وہ تو کہتے ہیں ان کے ساتھ بات ہی نہ کرو، صرف مرزا صاحب کو گالیاں نکالنے والی ٹو دی پوائنٹ رہے. میں آپ سے ریکویسٹ کروں گا ٹو دی پوائنٹ رکھیں، جو آج ہمارا موضوع ہے اسی پر بات وہی کریں. بتا رہا ہوں ان کو. دیکھیں بات یہ طلعت صاحب کہ میں نے جو حدیث، وہ کہہ رہے ہیں کہ حدیث میں بھی رسول اللہ صلی اللہ علیہ وسلم نے اجازت نہیں دی کہ کوئی گالیاں. میں نے کہا کہ اجازت دی ہے انہوں نے کہا کہ بچو اگر ایسا کرو گے تو جو بھی کچھ اس کا آگے سے انجام ہوگا اس کے ذمہ دار تم خود ہوگے. اس فارمولے کے اوپر عمل کرنا چاہیے. میں یہی کہہ رہا ہوں کہ قرآن اور اللہ کے رسول کے حکم کے اوپر اگر عمل کیا جائے تو کسی کو کوئی تکلیف نہیں ہوگی. یہ بات جزاک اللہ، آپ کا موقف آ گیا. جی محمد بھائی. بڑی مہربانی جی. یہ سمجھنے والے نیچے جتنے لوگ بیٹھے ہوئے ہیں وہ سمجھ لیں کہ یہ ناصر صاحب جو ہیں یہ سمجھانے کی کوشش کر رہے ہیں کہ اگر عیسائیوں نے رسول اللہ صلی اللہ علیہ وآلہ وسلم کی شان میں کوئی الفاظ غلط بولے تھے یا لکھے تھے، اس کے جواب میں مرزا غلام احمد قادیانی صاحب نے یہودیوں کے جو اعتراضات نقل کیے ہیں تو یہ جائز تھا، بالکل یہ کام جائز تھا اور یہ کام کرنا چاہیے. تو مجھے تو یہی سمجھ آئی اب تک ان کے جواب سے کہ جو اگر کوئی آپ کے کی مقدس ہستی جو ہے اس کے خلاف کوئی ایسے الفاظ استعمال کرتا ہے تو آپ کو جواباً یہ حق حاصل ہے کہ آپ جو بھی الفاظ اس کی شان کے خلاف لکھنا چاہیں یا بولنا چاہیں آپ بول سکتے ہیں. آپ کے اوپر گناہ نہیں ہوگا، ان کے اوپر گناہ ہوگا جنہوں نے اس کی ابتدا کی تھی. مطلب اگر عیسائیوں نے رسول اللہ صلی اللہ علیہ وآلہ وسلم کی شان میں کوئی الفاظ اگر غلط کوئی بولے تھے تو ناصر صاحب کے بقول حضرت عیسیٰ ابن مریم علیہ السلام کی توہین کرنا جائز ہے. اس گناہ کے ذمہ دار جو ہیں وہ عیسائی ہوں گے. ٹھیک ہے جی. میں تو ناصر صاحب کے سوال سے یہ سمجھاؤں کہ یہ جائز کام ہے تو پھر بالکل ٹھیک ہے. وہی بات تو میں کر رہا ہوں کہ آپ کے لوگوں نے جو کام کیا ہے پھر آپ کے نزدیک تو وہ جائز ہے. تو اور اس کا مقصد بھی یہی ہے کہ گناہ جو ہے وہ آپ کے گلے نہیں آئے گا. آپ ان قرآن کی آیت کی، اس کی اور حدیث کی یہ انٹرپریٹیشن کر رہے ہیں. بڑی مہربانی ناصر صاحب، کمال ہی کر دیتا جی. اجازت چاہوں گا، 1 منٹ صرف آپ سے چاہوں گا اجازت پلیز. تو آپ یہ کہتے ہو کہ مرزا غلام احمد علیہ الصلوۃ والسلام نے یہودیوں کی باتیں نقل کر کر عیسائی جو محمد صلی اللہ علیہ وسلم کی شان میں گستاخی کرتے تھے ان کو یہودیوں کی باتیں کیوں نقل کی؟ تو یہ جو آپ اور آپ کے علماء کہتے پھرتے ہو اس کا کیا مطلب ہے کہ نقل کفر
कुफर ना बाशत, इसका मतलब मुझे आज समझा के जा दे प्लीज, इसका मतलब समझा दे। तला साहब अब आपने बात कर दी है, मेरा ख्याल है आप कर लें, नहीं, नासिर आपने साहब जो मुझे है वो नहीं इन्वॉल्व कर, किया नहीं था आप ही कर मीटिंग लें, में, आप कर आपने लें, मुझे आप कर लें। और अलीम भाई को इन्वॉल्व कर दिया था। नहीं वो मेरा ख्याल है आप कर ले तो बेहतर होगा, नासिर मैं साहब कर नहीं कर लेना, पा रहे मैं बात, तो आप कर लें, 24 आप कर लें, घंटे 24 बड़ी आवर मेहरबानी है। अवेलेबल। आपसे आपसे कर लेते हैं, नासिर साहब नहीं कर पा रहे बात। नहीं नहीं, ठीक है, वो अब मुझसे आपने अच्छी कहा बात जी कर रहे हैं, आपके उलमा, ऐसे ना करें, उनकी इंसल्ट ना करें, वो मुझसे बहुत अच्छे तरीके से बात करें, मुझसे ज्यादा नहीं अच्छे ये तरीके से पॉइंट बात वो नहीं पेश कर पा रहे ना तला साहब, आप बेहतर जरा करें। पेश नहीं कर नहीं सकते नहीं हैं, मेरा नहीं, ख्याल है अभी मैं आपसे बात आपके बेहतर। पास अभी देख बात उधर भी चलेगी, लेकिन बात यह है कि अगर आपने सवाल करने हैं तो आपको भी जवाब देना पड़ेगा सवाल। ठीक है जी। आप मुझे ये बात बताएं, आप मुझे ये बात बताएं कि क्या आपका और हमारा अकायद का इख्तलाफ है? ठीक है, मैंने आपको अभी ये बात बता दी है कि आज तक हिस्ट्री में किसी भी चीज का इख्तलाफ हुआ है मज़ाहिब के ऊपर, तो किसी भी शख्सियत के ऊपर कोई मुनाजरा नहीं हुआ। आज तक मुझे आप बता दें कि किसी शख्सियत के ऊपर कोई मुनाजरा हुआ हो। हमेशा जो पढ़े लिखे लोग, जो समझदार लोग होते हैं, वो बात अकायद के ऊपर करते हैं कि क्या हमारा अकीदा ठीक है या नहीं है, उसको प्रूफ करते हैं। सिर्फ एक वाहिद ही मैंने ये देखा है कि जो सिर्फ हजरत मसीह मौद अलैहिस्सलाम की जातियात के ऊपर आकर बात करते हैं। जब आप हमारा अकीदा झूठा साबित करें तो हमें जरूरत ही नहीं है हजरत मसीह मौद अलैहिस्सलाम के ऊपर जाने की। बात यह है, आप मुझे इसका जवाब दें एक चार्ट सा, कि क्या हजरत मसीह मौद अलैहिस्सलाम की, जिनको हम नबी मानते हैं उम्मती, उनकी और उनके घर वालों औरतों की और सब की बेहयाई करना और उनकी किताबें पढ़ना और उनके ऊपर गलाजत उछालना, ये तो मुझे पता है, लेकिन मैं सिर्फ आपका मौक़िफ़ भी जानना चाहता हूं कि आप भी बता दें इधर लोगों के सामने। ये तो मुझे पता है पहले से कि वो बताया जाता है कि ये बिल्कुल दुरुस्त बात है, इसको सवाब समझा जाता है, लेकिन मैं आपसे भी पूछना चाहता हूं कि आपकी बात भी आ जाए इधर मेरे सामने, क्या आप इसको दुरुस्त समझते हैं? ये ठीक है या गलत है? जी जवाब। तो आपने जवाब खुद ही देना है, तो फिर मुझसे सवाल करने की जरूरत ही नहीं, आप पे सवाल सवाल उठते, सवाल लिख के थले आप पे जवाब लिख के वर्का दौरा करके जेब में पा लो, बस ठीक है। नहीं, मैं आपसे पूछना चाहता हूँ ना कि आपकी बात आए इधर कि या हजरत मसीह मौद अलैहि, हाँ ठीक है, आप मुझे बताएं। करें ना, आप ऐसा ना करें ना कि सवाल भी करें, उसका जवाब भी अपनी तरफ से दे लें नहीं, और मैंने सफे आपका के ऊपर जवाब नहीं नीचे दिया, लिख भी लें। मैंने जनरल बात की है, वो है आप मुझे ये बताएं कि क्या हजरत मसीह मौद अलैहिस्सलाम हजरत मिर्जा गुलाम अहमद कादियानी अलैहिस्सलाम के ऊपर गलाजत और गंद उछालना और घर की खवातीन और औरतों के ऊपर बातें करना और हमारे अकाबरीन के ऊपर, उनकी जातियात के ऊपर बात करना, ये दुरुस्त है या गलत है? आप क्या बोलते हैं? बताएं मुझे। ले जी, मेरा सवाल आपका आ गया, जवाब सुन लें। हमने शुरू दिन से जो है वो यही बात की है कि जिस चीज़ की इजाज़त शरीयत देती है वो अल्फाज इस्तेमाल किए जा सकते हैं, उससे बढ़ के किसी के अकाबर के ख़िलाफ़ भी कोई भी लफ्ज़ इस्तेमाल नहीं करना चाहिए। शरीयत से बढ़ के किसी के अकाबर की तौहीन नहीं करनी चाहिए, कोई ऐसा लफ्ज़ नहीं इस्तेमाल करना चाहिए। जो शरीयत ने अल्फाज इस्तेमाल किए हैं, जिसका हक़ दिया है, उन अल्फाज से बढ़ के कोई लफ्ज़ जो है वो मंसूब नहीं करना चाहिए। ये मेरा जवाब है जी। अच्छा जी, ठीक है। इसी जवाब को जो आपने दिया है ना, इसको आप शरीयती हिसाब से हर के ऊपर रखें कि वो हर आदमी उसको शरीयती हिसाब से वो जवाब दे सकता है। आपका क्या एतराज है फिर? आपको जब हम हर तरीके से ये बात समझा चुके हैं कि हजरत मसीह मौऊद अलैहिस्सलाम ने जो जवाबात दिए हैं, वो भी देखें दो शख्सियत, मैं आपको शायद पता हो ये बात है कि हजरत मसीह मौऊद अलैहिस्सलाम के तो एतराज़ात हैं। हजरत मसीह मौऊद अलैहिस्सलाम उस ईसा के कायल ही नहीं है जो ईसाई मानते हैं, वो तो खुदा का बेटा मानते हैं, वो तो खुदा का बेटा मानते हैं, उस शख्सियत के ही वो कायल, वो बोलते हैं वो उन्होंने झूठ बनाया हुआ है, वो फर्जी ईसा है जो उन्होंने बनाया हुआ है, और उसके मतलब वो तहरीरात लिखते हैं। मेरी बात अगर आपकी समझ में आ रही है तो मैं आपको बता रहा हूँ कि जो हजरत मसीह मौऊद अलैहिस्सलाम उनके बारे में लिख रहे हैं वो झूठी है और फर्जी जो उन्होंने ईसा बनाया हुआ है, जो वो कह रहे हैं कि आसमान पे ऊपर मौजूद है और खुदा का बेटा है। क्या आप ईसा अलैहिस्सलाम को खुदा का बेटा मानते हैं? ये उन लोगों को जवाब है कि जो उनको खुदा का बेटा बनाकर उन्होंने जो फर्जी ईसा बनाया हुआ है, हम तो उसको नहीं मानते,
ہم تو حضرت عیسیٰ علیہ السلام کو الگ ایک شخصیت مانتے ہیں، جو ان کے ذہن میں جو انہوں نے بنائی ہوئی ہے وہ تو ہم مانتے ہی نہیں. مکمل ہو جائے مجھے بتا دیجیے. تو اس لیے جو آپ رکھتے ہیں نا شریعت میں جو جائز ہے، وہ تو بعد میں بات آئے گی کہ شریعت میں کون سی گالی، چلو دیکھیں گے کہ کون سی اجازت ہے تو کون سی نہیں ہے. لیکن یہ جو چیزیں ہیں نا، آپ نے جو پہلے بات کی ہے کہ حضرت عیسیٰ علیہ السلام کو حضرت مسیح موعود علیہ السلام، یہ بات ہے، دیکھیں لمبی بات ہو جائے گی، موضوع پھیل جائے گا، پھیلنے کی ضرورت نہیں ہے. بہت سارے ایسے عقائد جو ہوتے ہیں کسی بھی نبی کے لیے جو انہوں نے بنا لیا، ان کے ذہن میں ایک بت بنا لیا ہوا ہے انہوں نے، اور وہ ایک فرضی عیسیٰ انہوں نے بنایا، جو عیسیٰ علیہ السلام کو خدا کا بیٹا انہوں نے بنایا ہوا ہے، وہ اس کو مانتے ہی نہیں ہیں ہم حضرت مسیح موعود علیہ السلام. تو ان کو جوابات ان کے اعتراضات کی میں سے دیے جاتے ہیں. وہ ایک جب آپ کے کوئی بڑھ چڑھ کر آپ کے سر کے اوپر چڑھ جائے تو اس کو اتارنے کے لیے کوئی جواب دینا پڑتا ہے اس کو. جی بڑی مہربانی آپ کی، بڑی مہربانی، شکریہ آپ کا. میرا خیال ہے کہ آپ نا اگلے کی بات سنتے نہیں ہیں، وہ اسی لیے میں آپ سے کہہ رہا تھا نا، بہت تیز تبلیغ آئی ہوتی ہے آپ کو. میں بار بار مرزا صاحب کے جس حوالے کا ذکر کر رہا ہوں، وہاں مرزا صاحب لکھتے ہیں عیسیٰ علیہ السلام کی شان کے خلاف، فرضی کریکٹر یسوع، کسی یسوع کی بات نہیں کی. عیسیٰ علیہ السلام کی شان کے خلاف جو الفاظ ہمارے قلم سے نکلے ہیں، یہ مرزا صاحب کی تحریر ہے. ٹھیک ہے جی، کسی فرضی کریکٹر کی، کسی یسوع کی بات نہیں کی مرزا صاحب نے. یہودیوں کے اعتراضات جو نقل کیے ہیں نا ان کی شان کے خلاف، یہ الفاظ خود لکھے ہوئے ہیں. وہ مرزا صاحب کہتے ہیں کہ یہودیوں کے اعتراضات قلم جو ہمارے قلم سے جو نکلے ہیں نا ان کے خلاف، وہ یہودیوں کے اعتراضات ہیں، ہم نے ان کی شان کے خلاف لکھے ہیں توہین کے جواب میں. اور آیت میرے سامنے پیش کر رہے ہیں